ਮੇਰੇ ਪਿੰਡ ਦੀ ਮਿੱਟੀ 'ਚੋਂ ਹੀ ਮੈਨੂੰ ਸਾਹਿਤ ਉਪਲਬਧ ਹੋ ਗਿਆ। ਬਾਲ ਸਾਹਿਤ ਅਸਲ 'ਚ ਜਿਹੜਾ ਹੈ ਨਾ, ਇਹ ਸਾਡੀ ਬੁਨਿਆਦ ਆ ਸਾਹਿਤ ਦੀ। ਜੇਕਰ ਕੋਈ ਬਾਲ ਸਾਹਿਤ ਦੀ ਅਸੀਂ ਗੱਲ ਕਰਨੀ ਆ ਤਾਂ ਸਭ ਤੋਂ ਮਤਲਬ ਸਿਖਰਲਾ ਨਾਂ ਜਿਹੜਾ ਬਾਲ ਸਾਹਿਤ ਜਸਵੀਰ ਭੁੱਲਰ ਦਾ, ਹਾਲਾਂਕਿ ਉਹ ਪ੍ਰੌੜ ਸਾਹਿਤ ਵਿੱਚ ਵੀ ਬੜੇ ਕਾਮਯਾਬ ਲੇਖਕ ਨੇ। ਸ਼ਹਿਰਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਤਰੀਕੇ ਦੇ ਜਿਹੜਾ ਬਾਲਪਨ ਆ ਉਹ ਗਵਾਚ ਗਿਆ। ਤੇ ਮਾਂ ਬੋਲੀ ਆ ਜਿਹੜੀ ਉਹਨੂੰ ਜ਼ਿਆਦਾ ਸੁਚੇਤ ਤੇ ਚੇਤਨ ਕਰ ਦਿੰਦੀ ਆ। ਜਿਹੜੀਆਂ ਬੁਝਾਰਤਾਂ ਨੇ ਉਹ ਛੋਟੇ ਬੱਚਿਆਂ ਦੇ ਦਿਮਾਗ ਨੂੰ ਤਖੇਰਾ ਕਰਦੇ ਨੇ, ਤਿੱਖੇ ਕਰਨ ਲਈ ਨੇ। ਜਿਹੜੀਆਂ ਸਮੱਸਿਆਵਾਂ ਸਾਨੂੰ ਹੁਣ ਆ ਰਹੀਆਂ ਨੇ ਕਿਸਾਨੀ ਵਿੱਚ, ਉਹ ਅਸੀਂ ਬਹੁਤ ਪਹਿਲਾਂ ਕਹਿ ਚੁੱਕੇ ਹਾਂ। ਸ਼੍ਰੀਮਾਨ ਜੀ, ਤੁਹਾਨੂੰ ਨਹੀਂ ਦਿਸਣੇ ਇਹ ਲਹੂ ਲਹਾਨ ਹੋਏ ਰੁੱਖ, ਤੁਹਾਡੀਆਂ ਅੱਖਾਂ ਵਿੱਚ ਤਾਂ ਸੁਨਹਿਰੀ ਸੁਰਮਚੂ ਦੀ ਇੱਕੋ ਸਲਾਈ ਨੇ ਸ਼ਾਹ ਕਾਲੀ ਰਾਤ ਪਾ ਦਿੱਤੀ ਹੈ। ਬੜੀ ਸਿੰਪਲ ਜੀ ਗੱਲ ਹੈ। ਓਲਣੀ ਮੋਲਣੀ ਦਰ ਵਿੱਚ ਖੋਲਣੀ, ਇਹ ਕੀ ਹੋਇਆ ਦਾਦਾ ਜੀ, ਇਹ ਕੀ ਹੋਇਆ, ਹੈ ਨਾ। ਹੌਲੀ 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 ਉਹਨੂੰ ਲੱਭਦਾ ਉਹਨੂੰ ਨਹੀਂ ਪਤਾ ਲੱਗਦਾ। ਅਸੀਂ ਸਮੇਂ ਦੇ ਸੂਰਜ ਹਾਂ, ਤੁਸੀਂ ਸਾਨੂੰ ਅੱਗ ਦਾ ਗੋਲਾ ਨਾ ਕਿਆਸੋ, ਅਸੀਂ ਤੁਹਾਡੀਆਂ ਹਨੇਰੀਆਂ ਨੁੱਕਰਾਂ ਦੇ ਲਈ ਰੋਸ਼ਨੀ ਲੈ ਕੇ ਆਏ ਹਾਂ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਹਿਤ ਦੇ ਸੰਗ, ਅਤੇ ਅੱਜ ਅਸੀਂ ਵਿਹੜੇ ਆਏ ਹੋਏ ਹਾਂ ਡਾਕਟਰ ਹਰਨੇਕ ਸਿੰਘ ਕਲੀਅਰ ਜੀ ਉਹਨਾਂ ਦੇ। ਪੰਜਾਬੀ ਸਾਹਿਤ ਦੇ ਵਿੱਚ ਇੱਕ ਨਾਮ ਖਾਸ ਤੌਰ 'ਤੇ ਬਾਲ ਸਾਹਿਤ ਦੇ ਤੌਰ 'ਤੇ ਜਾਣਿਆ ਜਾਂਦਾ, ਪਰ ਜਦੋਂ ਉਹਨਾਂ ਦੀ ਰਚਨਾਵਾਂ ਦੀ ਗਿਣਤੀ ਦੀ ਗੱਲ ਕਰਦੇ ਹਾਂ ਤਾਂ 1986 ਦਾ ਸਫ਼ਰ ਅਤੇ ਹੁਣ ਤੱਕ 30 ਦੇ ਕਰੀਬ ਉਹ ਕਿਤਾਬਾਂ ਲਿਖ ਚੁੱਕੇ ਨੇ, ਜਿਸ ਦੇ ਵਿੱਚ ਜ਼ਿਆਦਾਤਰ ਬਾਲ ਸਾਹਿਤ, ਗੁਰਮਤ, ਕਹਾਣੀ ਅਤੇ ਕਵਿਤਾ ਦੀਆਂ ਕਿਤਾਬਾਂ ਨੇ। ਸਫ਼ਰ ਭਾਵੇਂ ਕਾਵਿ ਰੂਪ ਤੋਂ ਸ਼ੁਰੂ ਹੁੰਦਾ, ਪਰ ਹੌਲੀ ਹੌਲੀ ਵਾਰਤਕ ਅਤੇ ਫਿਰ ਜੋ ਚੱਲ ਸੋ ਚੱਲ ਸਿਲਸਿਲਾ ਚੱਲਦਾ ਆ ਰਿਹਾ। ਅਤੇ ਹੁਣ ਭਾਵੇਂ ਉਹ ਆਪਣੇ ਪ੍ਰੋਫੈਸਰ ਦੇ ਕਿੱਤੇ ਤੋਂ ਰਿਟਾਇਰ ਹੋ ਗਏ ਨੇ, ਪਰ ਅੱਜ ਵੀ ਉਹ ਸਾਹਿਤਕ ਸਭਾਵਾਂ ਦੇ ਵਿੱਚ ਪਹਿਲਾਂ ਤਾਂ ਜਾਣ ਤੋਂ ਹਿਚਕਿਚਾਉਂਦੇ ਸੀ, ਪਰ ਹੁਣ ਉਹ ਜ਼ਰੂਰ ਉਹਨਾਂ ਦਾ ਸ਼ਿੰਗਾਰ ਬਣਦੇ ਨੇ ਅਤੇ ਆਪਣੀ ਕਲਮ ਵੀ ਉਹਨਾਂ ਦੀ ਹੁਣ ਚੱਲਦੀ ਆ ਰਹੀ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨਾਲ ਉਹਨਾਂ ਦੀਆਂ ਜ਼ਿੰਦਗੀ ਦੇ ਤਜਰਬਿਆਂ ਬਾਰੇ, ਸਾਹਿਤ ਦੇ ਕੰਮਾਂ ਬਾਰੇ ਅਤੇ ਖਾਸ ਤੌਰ ਉੱਤੇ ਬਾਲ ਸਾਹਿਤ ਦੀ ਕੀ ਅਹਿਮੀਅਤ ਹੈ, ਉਹਦੇ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ ਪ੍ਰੋਗਰਾਮ ਸਾਹਿਤ ਦੇ ਸੰਗ ਵਿੱਚ। ਕਲੀਅਰ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਕਰਦੇ ਹਾਂ ਪ੍ਰੋਗਰਾਮ ਸਾਹਿਤ ਦੇ ਸੰਗ ਵਿੱਚ ਜੀ। ਤੁਹਾਡਾ ਜੀ ਬਹੁਤ ਮਿਹਰਬਾਨੀ ਜੀ। ਸਰ, ਮੈਨੂੰ ਵੀ ਆਪ ਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਜਿਨ੍ਹਾਂ ਦੇ ਕੋਲ ਪੜ੍ਹੇ ਅੱਜ ਕੈਮਰੇ ਦੇ ਉੱਤੇ ਉਹਨਾਂ ਨਾਲ ਇਸ ਤਰ੍ਹਾਂ ਇੰਟਰਵਿਊ ਕਰਨ ਦਾ ਸਾਨੂੰ ਮੌਕਾ ਮਿਲ ਰਿਹਾ। ਅਤੇ ਗੱਲ ਇਹ ਵੀ ਜ਼ਿੰਦਗੀ ਦਾ ਜਿਹੜਾ ਸਫ਼ਰ ਆ ਉਹ ਬੰਦਾ ਕਿੰਨੀਆਂ ਹੀ ਉਸ ਨੂੰ ਕਿੰਨਾ ਕੁਝ ਸਿਖਾਉਂਦਾ। ਕੁਝ ਕੁ ਖੁਸ਼ ਨਸੀਬ ਹੁੰਦੇ ਨੇ ਜਿਨ੍ਹਾਂ ਨੂੰ ਮੌਕਾ ਮਿਲ ਜਾਂਦਾ ਕਿ ਉਹ ਸ਼ਬਦਾਂ ਦੇ ਨਾਲ ਜੁੜਨ, ਕਿਤਾਬਾਂ ਦੇ ਨਾਲ ਜੁੜਨ ਅਤੇ ਸਾਹਿਤ ਦੇ ਨਾਲ ਜੁੜਨ। ਫਿਰ ਉਹਦੇ ਨਾਲ ਤੁਹਾਡੀ ਜ਼ਿੰਦਗੀ ਹੈ ਜਿਹੜੀ ਉਹ ਸਬਰਨ ਲੱਗ ਜਾਂਦੀ ਹੈ, ਇੱਕ ਮਕਸਦ ਮਿਲ ਜਾਂਦਾ। ਅਤੇ ਹੁਣ ਤੱਕ ਤੁਹਾਡੀ ਜਦੋਂ ਕਿਤਾਬਾਂ ਦੀ ਗਿਣਤੀ ਕਰਦੇ ਹਾਂ ਤਾਂ 30 ਦੇ ਕਰੀਬ ਤੁਸੀਂ ਕਿਤਾਬਾਂ ਲਿਖ ਚੁੱਕੇ ਹੋ। ਖਾਸ ਤੌਰ 'ਤੇ ਜਿਹੜੀਆਂ ਕਿਤਾਬਾਂ ਨੇ ਉਹ ਬਾਲ ਸਾਹਿਤ ਦੇ ਨਾਲ ਜੁੜੀਆਂ ਹੋਈਆਂ। ਬਿਲਕੁਲ ਜੀ। ਬਾਲ ਸਾਹਿਤ ਅਸਲ ਦੇ ਵਿੱਚ ਮੈਂ ਕਹਿੰਦਾ ਵੀ ਕਾਫੀ ਜ਼ਿਆਦਾ ਜ਼ਿੰਦਗੀ 'ਚ ਮਾਇਨੇ ਰੱਖਦਾ, ਕਿਉਂਕਿ ਇੱਕ ਉਹੀ ਉਮਰ ਹੁੰਦੀ ਹੈ ਵੀ ਜਦੋਂ ਤੁਸੀਂ ਜਵਾਕਾਂ ਨੂੰ, ਬੱਚਿਆਂ ਨੂੰ ਸਹੀ ਸਿੱਖਿਆ ਦਿੰਦੇ ਹੋ, ਉਹਨਾਂ ਨੂੰ ਵਧੀਆ ਪੜ੍ਹਾਉਂਦੇ ਹੋ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਹੋਰ ਨਿਖਰਦੇ। ਬਿਲਕੁਲ। ਅਤੇ ਫਿਰ ਤੁਹਾਡੀ ਜ਼ਿੰਦਗੀ ਦੇ ਸਫ਼ਰ ਬਾਰੇ ਵੀ ਗੱਲਬਾਤ ਕਰਾਂਗੇ ਅਤੇ ਨਾਲ ਦੀ ਨਾਲ ਤੁਹਾਡੀਆਂ ਕਿਤਾਬਾਂ ਦੇ ਬਾਰੇ। ਖੈਰ, ਮੈਂ ਚਾਹੂੰਗਾ ਵੀ ਬਾਲ ਸਾਹਿਤ ਵੱਲ ਆਉਣ ਦਾ ਅਤੇ ਸਾਹਿਤ ਨਾਲ ਜੁੜਨ ਦਾ ਅਤੇ ਕਿਤਾਬਾਂ ਲਿਖਣ ਦਾ ਸਬੱਬ, ਇਹ ਸਫ਼ਰ ਕਦ ਤੋਂ ਸ਼ੁਰੂ ਹੁੰਦਾ? ਕਰਨਵੀਰ ਜੀ, ਗੱਲ ਇਹ ਹੈ ਵੀ ਇੱਕ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦੀ ਹਾਂ ਜੀ। ਅਤੇ ਤੁਸੀਂ ਇੱਕ ਮੇਰੇ ਸਟੂਡੈਂਟ ਰਹੇ, ਵਧੀਆ ਸਟੂਡੈਂਟ ਰਹੇ ਅਤੇ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਜਦ ਮੈਂ ਕਾਲਜ ਵਿੱਚ ਸੀ। ਅਤੇ ਤੁਸੀਂ ਹੁਣ ਇੱਕ ਬਹੁਤ ਹੀ ਨਾਮਵਰ ਚੈਨਲ ਵਿੱਚ ਕੰਮ ਕਰ ਰਹੇ ਹੋ। ਅਤੇ ਜਦੋਂ ਕਿਸੇ ਪ੍ਰੋਫੈਸਰ ਦੇ ਜਾਂ ਟੀਚਰ ਦੇ, ਅਧਿਆਪਕ ਦੇ ਵਿਦਿਆਰਥੀ ਮੰਜ਼ਿਲਾਂ ਪਾਉਂਦੇ ਨੇ ਅਤੇ ਬਹੁਤ ਵਧੀਆ ਮੰਜ਼ਿਲਾਂ 'ਤੇ ਉੱਪਰ ਅੱਗੇ ਦੀ ਅੱਗੇ ਤਰੱਕੀਆਂ ਕਰਦੇ ਨੇ, ਤਾਂ ਇੱਕ ਅਧਿਆਪਕ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ। ਉਹ ਖੁਸ਼ੀ ਅੱਜ ਮੇਰੇ ਚਿਹਰੇ 'ਤੇ ਵੀ ਹੈ ਜੀ, ਅਤੇ ਤੁਹਾਡੇ ਨਾਲ ਮੈਂ ਇਹ ਖੁਸ਼ੀ ਸਾਂਝੀ ਕਰਦੇ ਹਾਂ। ਹੋਰ ਵੀ ਆਪਣੇ ਆਪ ਨੂੰ ਇੱਕ ਉਸ ਨਾਲ ਵਡਭਾਗੀ ਮਹਿਸੂਸ ਕਰਦਾ। ਅਤੇ ਬਾਕੀ ਜਿੱਥੋਂ ਤੱਕ ਮੇਰੇ ਜੀਵਨ ਵਿੱਚ ਮੇਰੇ ਸਾਹਿਤਕ ਸਫ਼ਰ ਦਾ
ਆਰੰਭ ਹੈ ਉਹ ਬਹੁਤ ਪਹਿਲਾਂ ਜਦੋਂ ਮੈਂ ਅਜੇ BA ਵਿੱਚ ਪੜ੍ਹਦਾ ਸੀ ਉਦੋਂ ਹੀ ਹੋ ਗਿਆ ਸੀ। ਮੈਨੂੰ ਨਹੀਂ ਸਮਝ ਆਈ ਵੀ ਇਹ ਕਿਸ ਤਰ੍ਹਾਂ ਹੋਇਆ, ਅਤੇ ਜਾਂ ਫਿਰ ਮੇਰੇ ਪਿੰਡ ਦੀ ਮਿੱਟੀ ਦਾ ਕੋਈ ਇਹਦੇ ਵਿੱਚ ਹਿੱਸਾ ਹੈ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਜੀ। ਕਿ ਮੇਰੇ ਪਿੰਡ ਦੇ ਇੱਕ ਸ਼ਾਇਰ ਹੋਏ ਨੇ ਜਰਨੈਲ ਸਿੰਘ ਅਰਸ਼ੀ। ਅਰਸ਼ੀ ਜੀ ਦਾ ਸਮਾਂ ਜਿਹੜਾ ਸੀ ਉਹ ਆਪਣੇ ਜਸਵੰਤ ਸਿੰਘ ਕੰਵਲ, ਸੰਤੋਖ ਸਿੰਘ ਧੀਰ, ਜਿਹੜੇ ਇਹ ਸਾਡੇ ਬਹੁਤ ਹੀ ਵੱਡੇ ਗੁਰਬਖਸ਼ ਲਈ ਜਾਂ ਜਿੰਨੇ ਵੀ ਇਹ ਵੱਡੇ ਸਾਹਿਤਕਾਰ ਨੇ ਉਸ ਸਮੇਂ ਦਾ ਸੀ। ਅਤੇ ਉਹ ਲਲਕਾਰ ਮੈਗਜ਼ੀਨ ਕੱਢਦੇ ਸੀ। ਉਹ ਲਲਕਾਰ ਦੀਆਂ ਕਾਪੀਆਂ ਮੈਂ ਬਾਅਦ 'ਚ ਜਦੋਂ ਮੈਨੂੰ ਪੜ੍ਹਨਾ ਲਿਖਣਾ ਨਸੀਬ ਹੋਇਆ ਜਾਂ ਮੈਂ ਪੜ੍ਹਿਆ ਤਾਂ ਮੈਂ ਕਾਪੀਆਂ ਦੇਖੀਆਂ ਨੇ। ਉਹਦੇ ਵਿੱਚ ਸਾਡੇ ਜਿੰਨੇ ਪਹਿਲੀ ਪੀੜ੍ਹੀ ਦੇ ਅਤੇ ਮੁੱਢਲੀ ਕਤਾਰ ਦੇ ਲੇਖਕ ਨੇ ਉਹਦੇ 'ਚ ਉਹ ਛਪੇ ਹੋਏ ਨੇ ਜੀ। ਅਤੇ ਸਬੱਬ ਇਹ ਹੋਇਆ ਵੀ ਜਦੋਂ ਮੇਰਾ ਜਨਮ ਹੋਇਆ ਅਤੇ ਉਦੋਂ ਜਰਨੈਲ ਸਿੰਘ ਅਰਸ਼ੀ ਇਸ ਧਰਤੀ 'ਤੇ ਨਹੀਂ ਸੀ। ਅਤੇ ਸਿਰਫ ਅਸੀਂ ਕੀ ਦੇਖਿਆ, ਆਪਦੇ ਪਿੰਡ ਵਿੱਚ ਜਰਨੈਲ ਸਿੰਘ ਅਰਸ਼ੀ ਦੀ ਬਰਸੀ ਮਨਾਉਂਦੇ ਹੁੰਦੇ ਸੀ ਮਤਲਬ ਪਿੰਡ ਵਾਲੇ। ਅਤੇ ਅਸੀਂ ਜਦੋਂ ਛੋਟੇ ਬੱਚੇ ਸੀ ਤਾਂ ਅਸੀਂ ਬਹੁਤ ਚਾਅ ਨਾਲ ਅਗਲੀ ਕਤਾਰ, ਮੂਹਰਲੀ ਕਤਾਰ, ਜਿੱਥੇ ਵਧੀਆ ਥਾਂ ਹੁੰਦਾ ਸੀ ਅਸੀਂ ਬੈਠ ਕੇ ਉਹਨਾਂ ਸ਼ਾਇਰਾਂ ਨੂੰ ਸੁਣਦੇ ਸੀ ਜਿਹੜੇ ਜਰਨੈਲ ਸਿੰਘ ਅਰਸ਼ੀ ਦੇ ਸਮਕਾਲੀ ਸੀ। ਅਤੇ ਜਰਨੈਲ ਸਿੰਘ ਅਰਸ਼ੀ ਦੀ ਆਪਣੀ ਲਲਕਾਰ ਕਿਤਾਬ, ਉਹ ਇੱਕ ਵੱਡੇ ਕਵੀ ਸੀਗੇ। ਅਤੇ ਉੱਥੋਂ ਮੈਨੂੰ ਐਂ ਲੱਗਦਾ ਵੀ ਮੇਰੇ ਜ਼ਿਹਨ ਵਿੱਚ ਜਾਂ ਮੇਰੀ ਮਿੱਟੀ ਵਿੱਚ ਕੁਝ ਸਾਹਿਤਕ ਜਿਹੜਾ ਰੰਗਣ ਸੀ ਜਾਂ ਸਾਹਿਤ ਦੀ ਚਿਣਗ ਸੀ ਮੈਨੂੰ ਉਸ ਮਿੱਟੀ 'ਚੋਂ ਮਿਲੀ। ਅਤੇ ਮੇਰੇ ਪਿੰਡ ਦੀ ਮਿੱਟੀ 'ਚੋਂ ਹੀ ਮੈਨੂੰ ਸਾਹਿਤ ਉਪਲਬਧ ਹੋ ਗਿਆ। ਅਤੇ ਜਦੋਂ ਮੈਂ ਵੱਡਾ ਹੋਇਆ, ਜਾਂ ਇਹ ਕਹਿ ਲਓ ਵੀ ਮੈਂ ਪਿੰਡ ਪ੍ਰਾਇਮਰੀ ਪੜ੍ਹੀ ਅਤੇ ਨਾਲ ਦੇ ਪਿੰਡ ਤੋਂ ਸੈਕੰਡਰੀ ਕਰਨ ਤੋਂ ਬਾਅਦ ਹੀ ਜਦੋਂ ਮੈਂ ਕਾਲਜ 'ਚ ਗਿਆ ਅਤੇ ਉਦੋਂ ਹੀ ਮੈਂ ਸਾਹਿਤ ਦੀ ਰਚਨਾ ਸ਼ੁਰੂ ਕਰ ਦਿੱਤੀ ਸੀ। ਗ੍ਰੈਜੂਏਸ਼ਨ 'ਚ ਜਦੋਂ ਮੈਂ ਗਿਆ ਤਾਂ ਇੱਕ ਮੈਗਜ਼ੀਨ ਭਾਰਤ ਸਰਕਾਰ ਤੋਂ, ਮੈਨੂੰ ਨਹੀਂ ਪਤਾ, ਮੈਂ ਉਦੋਂ ਬਹੁਤੀ ਵੱਡੀ ਉਮਰ ਦਾ ਤਾਂ ਨਹੀਂ ਸੀ, ਪਰ ਮੈਂ ਭਾਰਤ ਸਰਕਾਰ ਦਾ ਮੈਗਜ਼ੀਨ ਇੱਕ ਰਜਿਸਟਰ ਕਰਾ ਲਿਆ ਜਿਹਦਾ ਨਾਮ ਪਰਿੰਦਾ ਸੀ ਜੀ। ਜੂਨ 77 ਦਾ ਉਹਦਾ ਪਹਿਲਾ ਅੰਕ ਸੀ। ਅਤੇ ਜੂਨ 77 ਤੋਂ ਮੈਂ ਇਹ ਕਹਿ ਲਵਾਂ ਵੀ ਮੈਂ ਇੱਕ ਸੁਣਾ ਜਦੋਂ ਸੈਕੰਡਰੀ ਕੀਤੀ ਤਾਂ ਗਿਆਨੀ ਪਾਸ ਕਰ ਲਈ, ਕਾਲਜ ਚਲਾ ਗਿਆ ਅਤੇ ਜੂਨ 77 'ਚ ਮੈਂ ਮੈਗਜ਼ੀਨ ਦਾ ਪਰਿੰਦੇ ਦਾ ਪਹਿਲਾ ਅੰਕ ਕੱਢ ਲਿਆ, ਜਿਹੜਾ ਕਿ ਲਗਾਤਾਰ 1984 ਤੱਕ ਮੈਂ ਮੈਗਜ਼ੀਨ ਕੱਢਦਾ ਰਿਹਾ ਜੀ। ਅਤੇ ਉਹ ਗੱਲ ਇਹ ਵੀ 1986 'ਚ ਤੁਹਾਡੀ ਫਿਰ ਜਿਹੜੀ ਕਾਵਿ ਪੁਸਤਕ ਪਹਿਲੀ ਆਉਂਦੀ ਹੈ, ਅਤੇ ਉਹਦੇ ਵਿੱਚ ਹੁੰਦਾ ਵੀ ਸ਼ੁਰੂਆਤੀ ਦੌਰ ਦੇ ਵਿੱਚ ਕੋਈ ਹਰ ਵਿਧਾ ਹੁੰਦੀਆਂ ਨੇ ਸਾਹਿਤ ਦੀਆਂ ਅੱਡ ਅੱਡ, ਕੋਈ ਕਹਾਣੀ ਨੂੰ ਚੁਣਦਾ, ਕੋਈ ਕਵਿਤਾ ਨੂੰ। ਕਵਿਤਾ ਸਭ ਤੋਂ ਜਿਹੜਾ ਪਹਿਲੀ ਮੈਂ ਕਹਿੰਦਾ ਪੌੜੀ ਹੁੰਦੀ ਹੈ, ਹਰ ਕੋਈ ਕਵਿਤਾ ਤੋਂ ਸ਼ੁਰੂ ਕਰਦਾ ਲੱਗਦਾ, ਉਹ ਤੋਂ ਬਾਅਦ ਵੱਖਰੇ ਰੂਪ ਬਦਲ ਜਾਂਦੇ ਨੇ। ਤਾਂ ਫਿਰ ਇਹ ਕਿਤਾਬ ਤੱਕ ਦਾ ਸਫ਼ਰ ਕਿਵੇਂ ਸੀ ਅਤੇ ਉਹ ਤੋਂ ਬਾਅਦ ਹਾਂਜੀ ਇਹਦੇ ਵਿੱਚ ਕਰਮਵੀਰ ਜੀ ਕਿਤਾਬ ਜਿਹੜੀ ਮੇਰੀ ਇੱਕ ਸਬੱਬ ਬਣ ਗਿਆ, ਕਿਉਂਕਿ ਮੈਂ ਲਿਖਣਾ ਤਾਂ ਸ਼ੁਰੂ ਕਵਿਤਾ ਕੀਤੀ ਸੀ ਅਤੇ 83 ਦੇ ਵਿੱਚ ਮੈਂ ਡਾਕਟਰੇਟ ਲਈ ਰਜਿਸਟਰਡ ਹੋ ਗਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਜੀ। ਅਚਨਚੇਤੀ। ਅਤੇ ਪਹਿਲਾਂ ਮੈਂ ਸ਼ੁਰੂ ਕਹਾਣੀ ਤੋਂ ਕੀਤਾ ਸੀ। ਜਦੋਂ ਮੈਂ PhD ਲਈ ਰਜਿਸਟਰਡ ਹੋ ਕੇ PhD ਲਈ ਕੰਮ ਕਰਨਾ ਸ਼ੁਰੂ ਕੀਤਾ ਤਾਂ ਦੈਨ ਮੇਰੇ ਕੋਲ ਸਮੇਂ ਦੀ ਘਾਟ ਹੋ ਗਈ, ਅਤੇ ਸਮੇਂ ਦੀ ਘਾਟ ਨੇ ਮੈਨੂੰ ਕਵਿਤਾ ਵੱਲ ਪ੍ਰੇਰ ਲਿਆ। ਇਹ ਨਹੀਂ ਹੈ ਵੀ ਕਿ ਮੈਂ ਕਵਿਤਾ ਨੂੰ ਕੋਈ ਉਹ ਮੰਨਦਾ, ਪਰੰਤੂ ਕਵਿਤਾ ਮੇਰੇ ਅੰਦਰ ਹੀ ਸੀ। ਅਤੇ ਉਹ ਜਿਹੜੀਆਂ 86 ਵਿੱਚ ਮੇਰੀ ਪੁਸਤਕ ਸਮੇਂ ਦੇ ਸੂਰਜ ਆਈ, ਅਤੇ 86 ਵਿੱਚ ਸਮੇਂ ਦੇ ਸੂਰਜ ਦੀਆਂ ਸਾਰੀਆਂ ਹੀ ਮੇਰੀਆਂ ਜਿਹੜੀਆਂ ਕਵਿਤਾਵਾਂ ਨੇ, ਗੁਰਸ਼ਰਨ ਭਾਜੀ ਦਾ ਮੈਗਜ਼ੀਨ ਸਮਤਾ ਹੁੰਦਾ ਸੀ, ਅਤੇ ਇੱਕ ਅੰਮ੍ਰਿਤਸਰ ਤੋਂ ਲੋ ਮੈਗਜ਼ੀਨ ਨਿਕਲਦਾ ਸੀ, ਅਤੇ ਜਾਂ ਹੋਰ ਵੀ ਮੈਗਜ਼ੀਨ ਉਸ ਸਮੇਂ ਸਮਕਾਲੀ ਜਿਹੜੇ ਮੈਗਜ਼ੀਨ ਨਿਕਲਦੇ ਸੀ, ਇਹ ਸਾਰੀਆਂ ਕਵਿਤਾਵਾਂ ਮੇਰੀਆਂ ਉਹਨਾਂ ਵਿੱਚ ਛਪੀਆਂ। ਅਤੇ ਗੁਰਸ਼ਰਨ ਭਾਜੀ ਨਾਲ ਥੋੜ੍ਹਾ ਜਿਹਾ ਡਰਾਮਿਆਂ 'ਚ ਮਤਲਬ ਉਹਨਾਂ ਦੇ ਜਿੱਥੇ ਨਾਟਕ ਹੁੰਦੇ ਸੀ ਦੇਖਣ ਚਲੇ ਜਾਂਦੇ ਸੀ, ਅਤੇ ਉਹਨਾਂ ਨੇ ਇੱਕ ਪਬਲੀਕੇਸ਼ਨ ਸ਼ੁਰੂ ਕੀਤਾ ਸੀ ਬਰਲਾ ਸਾਨੀ ਯਾਦਗਾਰ ਪ੍ਰਕਾਸ਼ਨ, ਅਤੇ ਮੇਰੀ ਪਹਿਲੀ ਪੁਸਤਕ ਸਮੇਂ ਦੇ ਸੂਰਜ ਫਿਰ ਉਹਨਾਂ ਨੇ ਹੀ ਛਾਪੀ। ਮੈਂ ਪਹਿਲਾਂ ਜਿਹੜਾ ਤੁਸੀਂ ਜਿਹਦੇ ਨਾਂ 'ਤੇ ਸਿਰਲੇਖ ਸਮੇਂ ਦੇ ਸੂਰਜ, ਅਸੀਂ ਸਮੇਂ ਦੇ ਸੂਰਜ ਹਾਂ, ਤੁਸੀਂ ਸਾਨੂੰ ਅੱਗ ਦਾ ਗੋਲਾ ਨਾ ਕਿਹਾ ਸੋ, ਅਸੀਂ ਤੁਹਾਡੀਆਂ ਹਨੇਰੀਆਂ ਨੁੱਕਰਾਂ ਲਈ ਰੋਸ਼ਨੀ ਲੈ ਕੇ ਆਏ ਹਾਂ, ਸੁਨਾਮ ਸਰਾਬਾ ਖਟਕੜ ਅਤੇ ਅਖਬਾਰਾਂ ਦੀਆਂ ਮੁੱਖ ਸੁਰਖੀਆਂ ਵਿੱਚ ਛਪੇ, ਮੁਕਾਬਲੇ ਤੋਂ ਲੈ ਕੇ ਗਲੀ ਗਲੀ ਅਸੀਂ ਤੁਹਾਡੇ ਨਾਲ ਰਹੇ, ਗੁਪਤ ਚਿੱਤਰਾਂ ਵਾਂਗ ਅਸੀਂ ਕਿਸੇ ਮੁਕਾਬਲੇ ਵਿੱਚ ਨਹੀਂ ਮਰੇ, ਸੂਰਜ ਨਾਲ ਕਿਸ ਦਾ ਮੁਕਾਬਲਾ ਭਲਾ। ਅਤੇ ਇਹ ਗੱਲ ਇਹ ਹੈ ਵੀ ਇੱਕ ਜਜ਼ਬਾ ਜਿਹੜਾ ਹੈ ਨਾ, ਇੱਕ ਮਤਲਬ ਉਹ ਚੀਜ਼ ਦੇਖਣ ਨੂੰ ਮਿਲਦੀ ਹੈ। ਅਤੇ ਫਿਰ ਇੱਕ ਹੁੰਦਾ ਜਦੋਂ ਆਪਾਂ ਸ਼ੁਰੂਆਤ ਕਰਦੇ ਹਾਂ
ਤੇ ਹੁੰਦਾ ਵੀ ਤੁਹਾਡੇ ਵਿਸ਼ੇ ਕਿਹੋ ਜਿਹੇ ਹੁੰਦੇ ਨੇ, ਤੁਸੀਂ ਕਿਹੋ ਜਿਹੀ ਲੋਕਾਂ 'ਚ ਵਿਚਰਦੇ ਹੋ, ਉਹੋ ਜਿਹੇ ਤੁਹਾਨੂੰ ਸ਼ਬਦਾਂ ਦੀ ਚੋਣ ਕਰਨੀ ਪੈਂਦੀ ਹੈ। ਫਿਰ ਇਹ ਜਿਹੜੀ ਤੁਹਾਡੀ ਪਹਿਲੀ ਕਿਤਾਬ ਹੈ ਉਹ ਕਾਫੀ ਜ਼ਿਆਦਾ ਪਲੀਠੀ ਮਾਇਨੇ ਰੱਖਦੀ ਹੁੰਦੀ ਹੈ ਇੱਕ ਕਿਸੇ ਵੀ ਲੇਖਕ ਦੇ ਲਈ। ਇਹਦੇ ਵਿੱਚ ਫਿਰ ਤੁਸੀਂ ਤੁਹਾਡੀਆਂ ਲਿਖਤਾਂ, ਕਿਹਨਾਂ ਲਿਖਤਾਂ ਨੂੰ ਥਾਂ ਦਿੱਤੀ ਇਹਦੇ ਵਿੱਚ ਤੁਸੀਂ? ਲਗਭਗ ਮੇਰੀਆਂ ਸਾਰੀਆਂ ਪ੍ਰੋਗਰੈਸਿਵ ਲਿਖਤਾਂ ਸੀ। ਹੂੰ ਜਿਨ੍ਹਾਂ ਸਮਿਆਂ ਵਿੱਚ ਇਹ ਕਹਿ ਲਓ ਮੈਂ ਲਿਖਣਾ ਸ਼ੁਰੂ ਕੀਤਾ ਜਾਂ ਸਾਡੀ ਪੀੜ੍ਹੀ ਨੇ, ਮੈਂ ਸ਼ਬਦ ਵਰਤ ਲੈਣਾ, ਲਿਖਣਾ ਸ਼ੁਰੂ ਕੀਤਾ, ਮੇਰੇ ਸਮਕਾਲੀਆਂ ਨੇ ਵੀ ਲਿਖਣਾ ਸ਼ੁਰੂ ਕੀਤਾ, ਤਾਂ ਉਹਨਾਂ ਦਿਨਾਂ 'ਚ ਬਹੁਤ ਜ਼ਿਆਦਾ ਪ੍ਰੋਗਰੈਸਿਵ ਜਿਹੜਾ ਸਾਹਿਤ ਦਾ ਰੂਪ ਅੱਗੇ ਆ ਰਿਹਾ ਸੀ। ਮਾਹੌਲ ਵੀ ਉਸ ਸਮੇਂ ਮਾਹੌਲ ਇਸ ਤਰ੍ਹਾਂ ਦਾ ਸੀਗਾ, ਜੀ, ਜੀ। ਜਿਸ ਤਰ੍ਹਾਂ ਗੁਰਸ਼ਰਨ ਭਾਜੀ ਦੇ ਨਾਟਕ ਹਰ ਥਾਂ ਚੱਲ ਰਹੇ ਨੇ, ਹੋਰ ਵੀ ਨਾਟਕ ਟੋਲੀਆਂ ਸੀਗੀਆਂ, ਅਜਮੇਰ ਔਲਖ ਦੀ ਨਾਟਕ ਟੋਲੀ, ਅਤੇ ਉਹ ਲਗਭਗ ਨਾ ਇੱਦਾਂ ਦਾ ਮਾਹੌਲ ਸੀਗਾ ਵੀ ਕਿ ਅਸੀਂ ਇੱਕ ਸਮਾਜ ਨੂੰ ਵੱਡੀ ਬਦਲ ਦੇਣ ਜਾ ਰਹੇ ਹਾਂ, ਇੱਕ ਸੁਚੱਜਾ, ਇੱਕ ਨਵੇਂ ਸਮਾਜ ਦੀ ਸਿਰਜਣਾ ਵੱਲ ਅਸੀਂ ਵੱਧ ਰਹੇ ਹਾਂ, ਅਤੇ ਉਹ ਅਸੀਂ ਕਰ ਰਹੇ ਹਾਂ। ਡਾਕਟਰ ਸਾਹਿਬ ਵੀ ਇੱਕ ਤਾਂ ਇਹ ਵੀ ਉਹ ਤੋਂ ਪਹਿਲਾਂ ਤੁਹਾਡਾ ਕਾਵਿਕ ਰੂਪ ਦੇਖਿਆ, ਪਰ 2000 ਤੋਂ ਬਾਅਦ ਤੁਹਾਡੀਆਂ ਜਿਹੜੀ ਕਿਤਾਬਾਂ ਨੇ ਜ਼ਿਆਦਾ ਸਾਹਮਣੇ ਆਈਆਂ ਨੇ, ਹੈ ਨਾ, ਅਤੇ ਨਾਲ ਦੀ ਨਾਲ ਬਾਲ ਸਾਹਿਤ ਦੇ ਵਿੱਚ ਤੁਹਾਡਾ ਨਾਮ ਜ਼ਿਆਦਾ ਜਾਣਿਆ ਜਾਂਦਾ। ਬਾਕੀ ਗਜ਼ਲ ਵਾਲੇ, ਕਵਿਤਾ ਵਾਲੇ ਪਾਸੇ ਨੂੰ, ਇਹ ਪਾਸੇ ਨੂੰ ਹਜੇ ਘੱਟ ਮੈਂ ਕਹਿੰਦਾ ਪਛਾਣ, ਪਰ ਉਹ ਤੋਂ ਬਿਨਾਂ ਬਾਲ ਸਾਹਿਤ ਦੇ ਵਿੱਚ ਤੁਹਾਡਾ ਜ਼ਿਆਦਾ ਨਾਮ ਆ। ਤੁਹਾਡੀਆਂ ਕਿਤਾਬਾਂ ਵੀ 14 ਦੇ ਕਰੀਬ ਕਿਤਾਬਾਂ, 15 ਦੇ ਕਰੀਬ ਕਿਤਾਬਾਂ ਨੇ ਜਿਹੜੀਆਂ ਬਾਲ ਸਾਹਿਤ ਨਾਲ ਜੁੜੀਆਂ ਹੋਈਆਂ ਨੇ ਜੀ। ਫਿਰ ਇਸ ਵਿਧਾ ਨਾਲ ਜੁੜਨ ਦਾ ਕਿੱਦਾਂ ਸਬੱਬ ਬਣ ਗਿਆ? ਹਾਂ, ਇਹ ਬੜਾ ਬਹੁਤ ਹੀ ਵਧੀਆ ਗੱਲ ਹੈ ਤੁਸੀਂ ਜਿਹੜੀ ਮੇਰੇ ਨਾਲ ਕਰ ਰਹੇ ਹੋ, ਅਤੇ ਮੈਨੂੰ ਖੁਸ਼ੀ ਹੋਈ ਕਿ ਬਾਲ ਸਾਹਿਤ ਅਸਲ 'ਚ ਜਿਹੜਾ ਹੈ ਨਾ, ਇਹ ਸਾਡੀ ਬੁਨਿਆਦ ਆ ਸਾਹਿਤ ਦੀ ਜੀ। ਬਹੁਤ ਸਾਰੇ ਲੇਖਕ ਬਾਲ ਸਾਹਿਤ ਲਿਖਣਾ ਸ਼ੁਰੂ ਕਰ ਦਿੰਦੇ ਆ, ਪਰੰਤੂ ਮੈਂ ਇਹ ਬਿਲਕੁਲ ਇਸ ਗੱਲ ਦੇ ਉੱਤੇ ਪਾਬੰਦ ਹਾਂ ਅਤੇ ਇਹ ਕਹਿ ਰਿਹਾ ਕਿ ਬਾਲ ਸਾਹਿਤ ਲਿਖਣਾ ਬਹੁਤ ਔਖਾ ਹੈ। ਜਿਹੜਾ ਪ੍ਰੌੜ ਸਾਹਿਤ ਆ ਉਹਨੂੰ ਤਾਂ ਅਸੀਂ ਲਿਖ ਲਈਏ ਅਤੇ ਲਿਖ ਕੇ ਜਿਸ ਤਰ੍ਹਾਂ ਦੀ ਮਰਜ਼ੀ ਅਸੀਂ ਪਾਠਕਾਂ ਦੇ ਅੱਗੇ ਪੇਸ਼ ਕਰ ਦਈਏ, ਕੋਈ ਨਹੀਂ, ਪਰੰਤੂ ਬਾਲ ਸਾਹਿਤ ਸਾਨੂੰ ਇਹ ਦੇਖਣਾ ਪੈਂਦਾ ਅਸੀਂ ਕਿਸ ਉਮਰ ਲਈ ਲਿਖ ਰਹੇ ਹਾਂ, ਅਤੇ ਕਿਸ ਉਮਰ 'ਤੇ ਅੱਗੇ ਉਹਦੇ ਨਾਲ ਸਾਨੂੰ ਇਹ ਦੇਖਣਾ ਪੈਂਦਾ ਕਿਸ ਵਿਸ਼ੇ 'ਤੇ, ਕਿਹੜੀ ਉਮਰ 'ਚ ਕਿਹੜਾ ਵਿਸ਼ਾ, ਕਿਹੜੀ ਗੱਲ ਅਸੀਂ ਬੱਚੇ ਨੂੰ ਦੱਸਣੀ ਆ ਅਤੇ ਕਦੋਂ ਦੱਸਣੀ ਆ। ਮਤਲਬ ਬਾਲ ਸਾਹਿਤ ਸਭ ਤੋਂ ਵੱਡੀ ਇਹ ਗੱਲ ਹੈ ਵੀ ਅਸੀਂ ਜੇ 3 ਸਾਲ ਦੇ ਬੱਚੇ ਨੂੰ ਕੋਈ ਗੱਲ ਦੱਸਣੀ ਆ ਤਾਂ ਸਾਨੂੰ ਇਹ ਬਹੁਤ ਹੀ ਸੰਕੋਚ ਕਰਨਾ ਪਏਗਾ ਕਿ ਅਸੀਂ ਉਸ ਤਰ੍ਹਾਂ ਦੀ ਰਚਨਾ ਦੇਣੀ ਹੈ ਜਿਹੜੀ ਬੱਚੇ ਦੀ ਉਸ ਟਾਈਮ ਦੀ ਉਮਰ ਦੀ ਮਾਨਸਿਕਤਾ, ਉਮਰ ਦੇ ਨਾਲ ਜੁੜੀ ਹੋਈ ਹੈ ਜੀ। ਅਤੇ ਆਮ ਕਰਕੇ ਹੁਣ ਮੈਂ ਆਲੋਚਨਾ ਤਾਂ ਨਹੀਂ ਕਰ ਰਿਹਾ, ਸਾਡਾ ਜਿਹੜਾ ਬਾਲ ਸਾਹਿਤ ਹੈ ਉਹਦੇ ਵਿੱਚ ਅਜਿਹਾ ਨਹੀਂ ਹੈ। ਸਾਡੀਆਂ ਜਿੰਨੀਆਂ ਲੋਕ ਕਹਾਣੀਆਂ, ਬਾਲ ਕਹਾਣੀਆਂ, ਮਤਲਬ ਲੋਕ ਕਹਾਣੀਆਂ ਨੇ, ਉਹਨਾਂ ਦੇ ਪੁਨਰ ਕਥਨ ਕਰਕੇ ਉਹਨੂੰ ਬਾਲ ਸਾਹਿਤ ਬਣਾ ਲਿਆ। ਜਿੰਨੀਆਂ ਸਾਡੀਆਂ ਬਾਤਾਂ ਨੇ, ਅਤੇ ਬਾਤਾਂ ਜਿਹੜੀਆਂ ਕਿ ਉਹ ਬੱਚਿਆਂ ਲਈ ਨਹੀਂ ਸੀਗੀਆਂ, ਬਾਤਾਂ ਉਹ ਵੱਡਿਆਂ ਲਈ ਵੀ ਸੀਗੀਆਂ। ਬਹੁਤ ਸਾਰੀਆਂ ਸ਼ਹਿਜ਼ਾਦੇ ਸ਼ਹਿਜ਼ਾਦੀਆਂ ਦੀਆਂ ਪਰੀਆਂ ਕਥਾਵਾਂ, ਉਹ ਪਰੀ ਕਥਾਵਾਂ ਜਿੰਨੀਆਂ ਨੇ ਸਾਡੀਆਂ ਪਰੀ ਕਹਾਣੀਆਂ, ਦੰਤ ਕਥਾਵਾਂ ਨੇ ਜਿਹੜੀਆਂ ਸਾਡੇ ਵੱਡਿਆਂ ਲਈ ਨੇ, ਉਹ ਬੱਚਿਆਂ ਲਈ ਤਾਂ ਹੈ ਹੀ ਨਹੀਂ। ਪਰੰਤੂ ਸਾਡੇ ਜਿਹੜੇ ਮੁੱਢਲੇ ਬਾਲ ਸਾਹਿਤ ਲੇਖਕ ਆਏ ਨਾ, ਉਹਨਾਂ ਨੇ ਇਹਨਾਂ ਦਾ ਪੁਨਰ ਕਥਨ ਕਰਕੇ ਜਾਂ ਇਹਨਾਂ 'ਚੋਂ ਥੋੜ੍ਹੇ ਟੋਟੇ ਲੈ ਕੇ ਇਸ ਤਰ੍ਹਾਂ ਉਸ ਨੂੰ ਬਾਲ ਸਾਹਿਤ ਦੇ ਰੂਪ ਵਿੱਚ ਘੜਨਾ ਸ਼ੁਰੂ ਕੀਤਾ ਜਾਂ ਲਿਆਉਣਾ ਸ਼ੁਰੂ ਕੀਤਾ, ਜਦੋਂ ਕਿ ਉਹ ਉਚਿਤ ਨਹੀਂ ਸੀ ਜੀ। ਅਤੇ ਅਚਨਚੇਤ ਸਬੱਬ ਅਜਿਹਾ ਬਣ ਗਿਆ, ਮੇਰੀਆਂ ਨੌਕਰੀਆਂ ਅਦਲ ਬਦਲ ਹੁੰਦੀਆਂ ਰਹੀਆਂ ਅਤੇ ਮੈਂ ਅਚਨਚੇਤ ਨੌਕਰੀ ਦੇ ਲਈ ਅਰਜ਼ੀਆਂ ਭੇਜਦਾ ਰਿਹਾ। ਅਤੇ ਜਾਂ ਮੈਂ ਡਾਕਟਰੇਟ ਜਦੋਂ ਕੀਤੀ ਅਤੇ ਉਦੋਂ ਮੇਰਾ ਇਹ ਸਬੱਬ ਬਣ ਗਿਆ ਕਿ ਮੈਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ 'ਚ ਬੱਚਿਆਂ ਦੇ ਮੈਗਜ਼ੀਨ ਦੇ ਉੱਤੇ ਇੱਕ ਐਡੀਟਰ ਦੇ ਤੌਰ 'ਤੇ ਐਡੀਟਰ ਸੈਕਸ਼ਨ ਦੇ ਵਿੱਚ ਆ ਗਿਆ। ਅਤੇ ਇੱਥੋਂ ਮੇਰਾ ਬਾਲ ਸਾਹਿਤ ਦਾ ਸਫ਼ਰ ਹੁੰਦਾ 95 ਤੋਂ ਸ਼ੁਰੂ ਹੁੰਦਾ ਜੀ। ਅਤੇ ਕੁਝ 2-3 ਸਾਲ ਤਾਂ ਮੇਰੇ ਕੋਲ ਰਚਨਾਵਾਂ ਆਉਂਦੀਆਂ ਸੀ, ਅਸੀਂ ਐਡਿਟ ਕਰਦੇ ਸੀ, ਉਹਨਾਂ ਨੂੰ ਛਾਪਦੇ ਸੀ, ਪੰਖੜੀਆਂ 'ਤੇ ਪ੍ਰਾਇਮਰੀ ਸਿੱਖਿਆ ਤੋਂ ਮੈਗਜ਼ੀਨ ਸੀ ਅਤੇ ਉਹਨਾਂ ਵਿੱਚ, ਅਤੇ ਕੋਈ ਅੱਛੀ ਕਹਾਣੀ ਨਹੀਂ ਸੀ ਆ ਰਹੀ। ਮੈਂ ਮਾਫ਼ ਕਰਨਾ, ਇਹ ਮੈਂ ਸ਼ਬਦ ਵਰਤ ਰਿਹਾ ਜੀ। ਅਤੇ ਫਿਰ ਮੇਰੇ ਮਨ 'ਚ ਆਇਆ, ਮੈਂ ਕਿਹਾ ਵੀ ਕਹਾਣੀ ਲਿਖਣੀ ਸ਼ੁਰੂ ਕਰੀਏ। ਅਤੇ ਮੇਰੇ ਮਨ 'ਚ ਇਹ ਜਦੋਂ ਆਈ ਗੱਲ, ਅਤੇ ਉਹਨਾਂ ਦਿਨਾਂ 'ਚ ਜਸਵੀਰ ਭੁੱਲਰ ਜੀ ਦਾ ਨਾਵਲ ਜਿਹੜੇ ਸੀ ਸਾਡੇ ਕੋਲ ਛਪ ਰਹੇ ਸੀ, ਬਹੁਤ ਅੱਛੇ ਨਾਵਲ ਉਹ ਲਿਖਦੇ ਨੇ। ਅਤੇ ਅੱਜ ਜੇਕਰ ਕੋਈ ਬਾਲ ਸਾਹਿਤ ਦੀ ਅਸੀਂ ਗੱਲ ਕਰਨੀ ਆ ਤਾਂ ਸਭ ਤੋਂ ਮਤਲਬ ਸਿਖਰਲਾ ਨਾਂ ਜਿਹੜਾ ਬਾਲ ਸਾਹਿਤ ਜਸਵੀਰ ਭੁੱਲਰ ਦਾ, ਹਾਲਾਂਕਿ ਉਹ ਪ੍ਰੌੜ ਸਾਹਿਤ ਵਿੱਚ ਵੀ ਬੜੇ ਕਾਮਯਾਬ ਲੇਖਕ ਨੇ ਜੀ। ਅਤੇ ਮੈਂ ਥੋੜ੍ਹਾ ਜਿਹਾ ਗਾਈਡਲਾਈਨ ਲਈਆਂ, ਜਸਵੀਰ ਭੁੱਲਰ ਨੂੰ ਮਿਲਿਆ ਵੀ, ਅਤੇ ਉੱਥੋਂ ਮੈਂ ਕਹਾਣੀ ਜਾਂ ਬਾਲ ਸਾਹਿਤ ਵੱਲ ਪ੍ਰੇਰਿਆ। ਅਤੇ ਲਗਭਗ ਫਿਰ ਮੇਰੀਆਂ ਬਾਲ ਸਾਹਿਤ ਵਿੱਚ ਹਰ ਮਹੀਨੇ ਹੀ ਫਿਰ ਮੇਰੀ ਪੰਖੜੀਆਂ ਜਾਂ ਪ੍ਰਾਇਮਰੀ ਸਿੱਖਿਆ ਵਿੱਚ ਕਹਾਣੀ
ਆਉਂਦੀ ਰਹੀ। ਅਤੇ ਇਸੇ ਤਰ੍ਹਾਂ ਹੀ ਫਿਰ ਇਹ ਮੇਰੀਆਂ 15 ਕਿਤਾਬਾਂ ਕਹਾਣੀਆਂ ਦੀਆਂ ਵਿੱਚ ਜ਼ਿਆਦਾ ਕਿਤਾਬਾਂ ਨੇ, 2 ਨਾਵਲ ਨੇ ਮੇਰੇ ਵਾਲਸਾ ਦੇ ਵਿੱਚ, ਕਵਿਤਾ ਦੀ ਕਿਤਾਬ ਇੱਕੋ ਹੀ ਹੈ ਅਤੇ ਬਾਕੀ ਸਾਰੀਆਂ ਕਿਤਾਬਾਂ ਕਹਾਣੀਆਂ ਨਾਲ ਸੰਬੰਧਿਤ। ਡਾਕਟਰ ਸਾਹਿਬ ਤੁਹਾਡੀ ਕਿਤਾਬਾਂ ਹੁਣ ਕਦੀ ਆਪ ਨੂੰ ਵੀ ਨਹੀਂ ਕਈ ਵਾਰ ਪਤਾ ਲੱਗਦਾ ਵੀ ਕਦੋਂ ਸਰਕਾਰ ਦੇ ਵੱਲੋਂ ਜਿਹੜੇ ਪ੍ਰਾਇਮਰੀ ਸਿੱਖਿਆ ਜਾਂ ਮਿਡਲ ਸਕੂਲਾਂ ਦੇ ਵਿੱਚ ਵੀ ਕਲਾਸਾਂ ਵਿੱਚ ਵੀ ਸਿਲੇਬਸ ਵੀ ਲੱਗੀਆਂ ਹੋਈਆਂ ਨੇ। ਮੇਰੀਆਂ ਕੁਝ ਕਹਾਣੀਆਂ ਜਿਹੜੀਆਂ ਉਹਨਾਂ ਟਾਈਮਾਂ ਵਿੱਚ ਮਤਲਬ ਕੁਝ ਸਮੱਸਿਆਵਾਂ ਚੱਲ ਰਹੀਆਂ ਸੀ ਉਹਨਾਂ ਨਾਲ ਸੰਬੰਧਿਤ ਨੇ। ਜਿਵੇਂ ਪਹਿਲੀ ਕਹਾਣੀ ਮੇਰੀ, ਹਾਲਾਂਕਿ ਉਹ ਛੋਟੇ ਬੱਚਿਆਂ ਲਈ ਹੈ, 4ਥੀ ਕਲਾਸ ਵਿੱਚ ਮੇਰੇ ਖਿਆਲ 'ਚ ਪੜ੍ਹਾਈ ਜਾ ਰਹੀ ਹੈ, ਅਤੇ ਉਹ ਬੱਚਿਆਂ ਦੇ ਥਰੂ ਸਾਡੇ ਜਦੋਂ ਖੇਤਾਂ ਦੇ ਵਿੱਚ, ਹਾਲਾਂਕਿ ਚਲੋ ਅਸੀਂ ਖੇਤਾਂ ਵਿੱਚ ਜੇ ਪੈਸਟੀਸਾਈਡਸ ਪਾਏ ਜਾਂ ਰਸਾਇਣਿਕ ਖਾਦਾਂ ਪਾਈਆਂ ਤਾਂ ਅਸੀਂ ਉਪਜ ਵਧਾਉਣ ਲਈ ਪਾਈਆਂ, ਪਰੰਤੂ ਜਦੋਂ ਕੋਈ ਚੀਜ਼ ਹੱਦ ਤੋਂ ਵੱਧ ਜਾਂਦੀ ਆ ਤਾਂ ਉਹਦੇ ਥੋੜ੍ਹੇ ਨੁਕਸਾਨ ਹੁੰਦੇ ਆ। ਤਾਂ ਜਦੋਂ ਉਹ ਸਾਡੇ ਸਾਹਮਣੇ ਆਏ ਤਾਂ ਮੈਂ 2 ਮੇਮਣੇ ਜਾਂ ਮੰਗੂ ਅਤੇ ਵੀਰੂ ਦੇ ਥਰੂ, ਉਹ ਕਹਾਣੀ ਦਾ ਨਾਂ ਹੀ ਇਹੀ ਆ, ਮੰਗੂ ਅਤੇ ਵੀਰੂ, ਅਤੇ ਉਹ ਪੜ੍ਹਾਈ ਜਾ ਰਹੀ ਹੈ, ਅਤੇ ਉਹਨਾਂ ਦੇ ਥਰੂ ਮੈਂ ਜਿਹੜੇ ਸਾਡੀਆਂ ਰਸਾਇਣਿਕ ਖਾਦਾਂ ਦੇ ਉਹਨਾਂ ਦੇ ਔਗਣ ਦੱਸੇ ਕਿ ਉਹ ਬੱਚੇ ਜਿਹੜੇ ਮਤਲਬ ਮੇਮਣੇ ਨੇ ਉਹ ਘਾਹ ਨੂੰ ਖਾ ਨਹੀਂ ਰਹੇ ਕਿਉਂਕਿ ਉਹਦੇ 'ਤੇ ਦਵਾਈ ਛਿੜਕੀ ਹੋਈ ਹੈ, ਅਤੇ ਉਹ ਦਵਾਈ ਛਿੜਕੀ ਹੋਣ ਕਾਰਨ ਅਤੇ ਉਹ ਫਿਰ ਉਹਦੇ ਵਿੱਚ ਜਿਹੜੀ ਉਹਨਾਂ ਦੀ ਗੱਲਬਾਤ ਆ ਉਹਦੇ ਵਿੱਚੋਂ ਇੱਕ ਅਜਿਹੀ ਗੱਲ ਨਿਕਲਦੀ ਹੈ ਕਿ ਇਹ ਜਿਹੜੀ ਚੀਜ਼ ਹੈ ਇਹ ਮਨੁੱਖ ਲਈ ਵੀ ਘਾਤਕ ਹੈ, ਅਤੇ ਇਹਦੇ ਨਾਲ ਇੱਕ ਤਾਂ ਸਾਡੇ ਛੋਟੇ ਕੀੜੇ ਮਕੌੜੇ ਵੀ ਮਰ ਜਾਂਦੇ ਨੇ ਜਿਹੜੇ ਕਿਸਾਨ ਲਈ ਇੱਕ ਸਹਾਈ ਨੇ, ਨੰਬਰ 2 ਕੋਈ ਸਾਡੀਆਂ ਜੜੀਆਂ ਬੂਟੀਆਂ ਵੀ ਚਲੇ ਜਾਂਦੀਆਂ ਨੇ। ਅਤੇ ਇਸ ਤਰ੍ਹਾਂ ਕੁਝ ਇੱਕ ਗੱਲਾਂ ਉਹਦੇ ਵਿੱਚ ਉਹ ਕਹਾਣੀ 'ਚ ਆਉਂਦੀਆਂ ਨੇ ਜਿਹੜੇ ਕਿ 2 ਮੇਮਣੇ ਕਰ ਰਹੇ ਨੇ, ਤਾਂ ਮੇਮਣੇ ਇੱਕ ਮਤਲਬ ਇਹ ਕਹਿ ਲਓ ਵੀ ਇਨਸਾਨ ਨੂੰ, ਮਨੁੱਖ ਨੂੰ ਭਿੜ ਰਹੇ ਨੇ ਵੀ ਭਾਈ ਇਹ ਠੀਕ ਨਹੀਂ ਹੋ ਰਿਹਾ। ਉਦੋਂ ਤੁਹਾਡੀ ਰਚਨਾਵਾਂ ਦੇ ਵਿੱਚ ਜਿਵੇਂ ਮੈਨੂੰ ਜ਼ਿਕਰ ਕੀਤਾ ਵੀ ਪੰਛੀ ਪਾਤਰ ਹੁੰਦੇ ਨੇ, ਹੈ ਨਾ, ਜਾਨਵਰ, ਅਤੇ ਹੁਣ ਦੇ ਸਮੇਂ ਦੇ ਵਿੱਚ ਫਿਰ ਤਾਂ ਇੱਕ ਮੋਬਾਈਲ ਹੀ ਰਹਿ ਗਿਆ। ਨਹੀਂ, ਮੇਰੀਆਂ ਜਿਹੜੀ ਨਵੀਂ ਅਸਫਲਤਾ ਦੇ ਨੁਕਤੇ ਨਾਂ ਦੀ ਕਿਤਾਬ ਆ ਇੱਕ, ਅਤੇ ਆ ਮੇਰੇ ਸਾਹਮਣੇ ਪਈ ਹੈ, ਸਫਲਤਾ ਦੇ ਨੁਕਤੇ ਵਿੱਚ ਮੇਰੀਆਂ ਇਹੋ ਅਜਿਹੀਆਂ ਕਹਾਣੀਆਂ ਨੇ। ਅਤੇ ਇੱਥੇ ਇੱਕ ਅਨਮੋਲ ਧਨ ਪਈ ਆ ਕਿਤਾਬ, ਅਤੇ ਅਨਮੋਲ ਧਨ ਵਿੱਚ ਵੀ ਬੱਚਾ ਜਿਹੜਾ ਮੋਬਾਈਲ ਨਾਲ ਜੁੜਿਆ ਹੋਇਆ, ਅਤੇ ਉਹ ਮਤਲਬ ਅਸੀਂ ਇਹ ਸਬਜੈਕਟ, ਇਹ ਵਿਸ਼ੇ ਵੀ ਹੁਣ ਇਹ ਵੀ ਨਾ, ਅੱਗੇ ਤਾਂ ਤੁਸੀਂ ਘਰ ਦੇ ਵਿਹੜੇ 'ਚ ਬੈਠੇ ਸੀ, ਉੱਥੇ ਤੁਹਾਡੇ ਮੂਹਰੇ ਦਰਖਤ ਲੱਗਿਆ ਹੋਇਆ, ਆਪਾਂ ਕਹਿੰਦੇ ਆਹ ਨਿੰਮ ਲੱਗੀ ਪੁੱਤਰਾ, ਆ ਨਿੰਮ ਦੇ ਉੱਤੇ ਤੋਤਾ ਬੈਠਾ, ਆ ਕੌਂ ਆ ਗਿਆ, ਆ ਗਿਟਾਰ ਆ ਗਈ, ਆ ਚਿੜੀ ਆ ਗਈ, ਉਹ ਚੂਹਾ ਜਾਂਦਾ। ਹੁਣ ਸ਼ਹਿਰਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਤਰੀਕੇ ਦੇ ਜਿਹੜਾ ਬਾਲਪਨ ਆ ਉਹ ਗਵਾਚ ਗਿਆ, ਨਾ ਤਾਂ ਦਰਖਤ ਨੇ, ਨਾ ਤਾਂ ਜਵਾਕਾਂ ਨੂੰ ਉਹ ਕਹਿ ਦਈਏ 10 ਪੰਛੀਆਂ ਦੇ ਨਾਂ ਪਤਾ ਹੋਣਗੇ, ਉਹ ਵੀ ਅੰਗਰੇਜ਼ੀ ਦੇ ਵਿੱਚ ਸਿਖਾਏ ਹੁੰਦੇ ਨੇ, ਤੇ ਸਾਹਮਣੇ ਦਿਖਾ ਦੇਵੇ ਸ਼ਾਇਦ ਉਹ ਗਿਟਾਰ ਨੂੰ ਵੀ ਨਾ ਪਛਾਣਨ। ਬਿਲਕੁਲ ਇਹ ਚੀਜ਼ ਦੀ ਕਿਤੇ ਨਾ ਕਿਤੇ ਮਤਲਬ ਨਹੀਂ, ਇਹਦੇ ਵਿੱਚ ਦੇਖੋ ਬਾਲ ਸਾਹਿਤ ਬੜੀ ਵੱਡੀ ਭੂਮਿਕਾ ਨਿਭਾ ਸਕਦਾ। ਜਿਹੜਾ ਸਾਡਾ ਦੇਖੋ ਸਕੂਲੀ ਸਿੱਖਿਆ ਜਿਹੜੀ ਹੈ, ਸਕੂਲੀ ਸਿੱਖਿਆ ਮਨੁੱਖ ਦੀ ਜਾਂ ਬੰਦੇ ਦੀ ਇੱਕ ਬੁਨਿਆਦ ਹੈ। ਜਿਹੜਾ ਸਕੂਲੀ ਸਿੱਖਿਆ ਠੀਕ ਢੰਗ ਨਾਲ ਜਿਹਨੂੰ ਮਿਲ ਜਾਂਦੀ ਹੈ, ਇੱਕ ਅਧਿਆਪਕ 'ਤੇ ਡਿਪੈਂਡ ਕਰਦਾ ਉਹ। ਅਤੇ ਮੈਂ ਇਹ ਨਹੀਂ ਕਹਿੰਦਾ ਵੀ ਪੰਜਾਬੀ ਪੜ੍ਹ ਕੇ ਬੱਚੇ ਅੱਗੇ ਨਿਕਲ ਜਾਂਦੇ ਨੇ, ਸਾਰੇ ਸਬਜੈਕਟ ਹੀ ਉਹਨਾਂ ਨੇ ਪੜ੍ਹਨੇ ਹੁੰਦੇ ਨੇ, ਪਰੰਤੂ ਸਕੂਲੀ ਸਿੱਖਿਆ ਦੌਰਾਨ ਜਿਹੜਾ ਵਿਦਿਆਰਥੀ ਇੰਨਾ ਕੁ ਸੁਚੇਤ ਅਤੇ ਚੇਤਨ ਹੋ ਜਾਂਦਾ ਹੈ, ਅਤੇ ਮਾਂ ਬੋਲੀ ਆ ਜਿਹੜੀ ਉਹਨੂੰ ਜ਼ਿਆਦਾ ਸੁਚੇਤ ਅਤੇ ਚੇਤਨ ਕਰ ਦਿੰਦੀ ਹੈ। ਅਤੇ ਮਾਂ ਬੋਲੀ 'ਚ ਜਿੰਨੀਆਂ ਅਸੀਂ ਰੌਚਕ ਚੀਜ਼ਾਂ ਅਸੀਂ ਉਹਨਾਂ ਨੂੰ ਲੈ ਕੇ ਜਾਵਾਂਗੇ, ਦੱਸਾਂਗੇ, ਤਾਂ ਜੇ ਸਾਡੀਆਂ ਪੁਸਤਕਾਂ ਜਿੰਨੀਆਂ ਵੀ ਵਧੀਆ ਰੌਚਕ ਹੋਣਗੀਆਂ ਤਾਂ ਉਹ ਇੱਕ ਨਾਲ ਮਾਂ ਬੋਲੀ ਵੱਲ ਤਾਂ ਆਉਣਗੇ ਹੀ, ਅਤੇ ਮਾਂ ਬੋਲੀ ਤੋਂ ਬਾਅਦ ਫਿਰ ਉਹ ਸੋਚਣਗੇ ਵੀ ਹੋਰਨਾਂ ਬੋਲੀਆਂ ਵਿੱਚ ਵੀ ਅੱਛੀਆਂ ਰਚਨਾਵਾਂ ਹੋ ਸਕਦੀਆਂ ਨੇ, ਫਿਰ ਉਹ ਉਧਰ ਨੂੰ ਵੀ ਉਤਰਨਗੇ। ਅਤੇ ਇੱਕ ਪੜ੍ਹਨ ਦੀ ਮਤਲਬ ਇੱਕ ਪੜ੍ਹਨ ਦੀ ਉਹਨਾਂ ਚੇਸ਼ਟਾ ਜਿਹੜੀ ਬਣ ਜਾਏਗੀ, ਤੇ ਇਹ ਅਧਿਆਪਕ ਕਰ ਸਕਦਾ। ਅੱਗੇ ਜਿਹੜਾ ਬਾਲ ਸਾਹਿਤ ਆ ਉਹ ਦਾਦੀ ਤੇ ਨਾਨੀ ਦੀਆਂ ਬਾਤਾਂ 'ਚ ਪਿਆ ਹੁੰਦਾ ਸੀ, ਮਾਂ ਦੀਆਂ ਲੋਰੀਆਂ ਦੇ ਵਿੱਚ ਪਿਆ ਸੀ ਵੀ ਜਵਾਕ ਨੂੰ ਸਲਾਉਣ ਲਈ। ਹੁਣ ਕਹਿੰਦੀ ਸਲਾਉਣ ਦੇ ਵੱਖਰੇ ਮੋਬਾਈਲ ਫੜਾ ਦਿੰਦੇ ਹੁਣ ਤਾਂ ਵੀ ਭਾਈ ਤੂੰ ਆਪਣੇ ਆਪ ਚੁੱਪ ਕਰ ਜਾ ਤੇ ਸਕਰੋਲਿੰਗ ਕਰਕੇ ਖੇਡ ਲਾ। ਤਾਂ ਹੁਣ ਉਦੋਂ ਇਹ ਚੀਜ਼ਾਂ ਨਹੀਂ ਸੀਗੀਆਂ, ਤਾਂ ਕਰਕੇ ਉਹੀ ਬਾਤਾਂ ਆ ਜਿਹੜੀਆਂ ਆਪਣੇ ਆਪ ਬਣਾਈਆਂ ਹੁੰਦੀਆਂ ਨੇ, ਚਾਹੇ ਜਾਂ ਮਾਹੌਲ ਹੁੰਦਾ। ਬਾਤਾਂ ਵੱਡਿਆਂ ਲਈ ਨੇ ਆਮ ਕਰਕੇ, ਅਤੇ ਉਹ ਸਾਰੀ ਰਾਤ ਬਜ਼ੁਰਗ ਬਾਤਾਂ ਪਾਉਂਦੇ ਵੀ ਰਹਿੰਦੇ ਸੀਗੇ। ਅਤੇ ਜਿਹੜੀਆਂ ਬੁਝਾਰਤਾਂ ਨੇ ਉਹ ਛੋਟੇ ਬੱਚਿਆਂ ਦੇ ਦਿਮਾਗ ਨੂੰ ਤਖੇਰਾ ਕਰਦੇ ਨੇ, ਤਿੱਖੇ ਕਰਨ ਲਈ ਨੇ। ਅਤੇ ਛੋਟੀਆਂ ਬੁਝਾਰਤਾਂ ਛੋਟੇ ਮਤਲਬ ਇੱਕ ਨਾਲ ਉਹ ਰਿਦਮ ਵਿੱਚ ਵੀ ਨੇ, ਅਤੇ 2-2 ਤੁਕਾਂ ਦੀਆਂ ਬੁਝਾਰਤਾਂ, 4-4 ਤੁਕਾਂ ਦੀਆਂ ਬੁਝਾਰਤਾਂ, ਸਾਡੇ ਰਿਸ਼ਤਿਆਂ ਦੇ ਨਾਲ ਸੰਬੰਧਿਤ ਵੀ ਬੁਝਾਰਤਾਂ ਨੇ। ਇੱਥੋਂ ਤੱਕ ਕਿ ਇਹ ਜਿਹੜੀਆਂ ਬੁਝਾਰਤਾਂ ਨੇ ਉਹ ਬੱਚਿਆਂ ਦੇ ਮਨ ਨੂੰ ਕਰੇਦਦੀਆਂ ਨੇ, ਉਹਨਾਂ ਨੂੰ ਸੋਚਣ ਲਈ ਮਜਬੂਰ ਕਰਦੀਆਂ ਨੇ। ਇੱਕ ਬੁਝਾਰਤ ਪਾ ਕੇ ਅਸੀਂ ਕਹਿ ਦਿੰਦੇ ਹਾਂ ਵੀ ਬੁੱਝ ਕੀ ਹੈ। ਹਾਂਜੀ, ਇਸ ਤਰ੍ਹਾਂ ਹੀ ਇਹ ਮੇਰੀ ਇਸ ਵਿਸ਼ੇ 'ਤੇ ਇੱਕ ਕਿਤਾਬ, ਮੈਂ ਕੋਈ 1000 ਦੇ ਕਰੀਬ ਬੁਝਾਰਤ ਮੇਰੇ ਕੋਲ ਇਕੱਠੀ ਹੋਈ, ਅਤੇ ਜਿਹੜੀ ਕਿ ਉਹ ਕਿਤਾਬ ਅਜੇ ਮਤਲਬ ਛਪੀ ਨਹੀਂ, ਛਪਣਯੋਗ ਆ, ਛਪਣ 'ਚ ਪਈ ਹੈ। ਅਤੇ ਉਹ ਹੌਲੀ ਹੌਲੀ ਕੁਝ ਕ੍ਰੀਏਟਿਵ, ਕੁਝ ਨਵੀਆਂ, ਕੁਝ ਪੁਰਾਣੀਆਂ,
ਤੇ ਇਹਦੇ ਨਾਲ ਉਹ ਮੈਂ ਇਕੱਠੀਆਂ ਕੀਤੀਆਂ ਨੇ। ਮੇਰੀ ਕਿਤਾਬ ਹਜੇ ਇੱਕ ਸੁਣਾ ਬੁਝਾਰਤਾਂ ਵਾਲੀ ਕਿਤਾਬ ਮੇਰੀ ਹਜੇ ਅਧੂਰੀ ਹੈ। ਇਹਦੇ ਨਾਲ ਬਾਲ ਸਾਹਿਤ ਦੀ ਗੱਲ ਕੀਤੀ, ਪਰ ਤੁਸੀਂ ਧਾਰਮਿਕ ਰੁਚੀਆਂ ਵੀ ਤੁਸੀਂ ਕਾਫੀ ਰੱਖਦੇ ਹੋ। ਬਿਲਕੁਲ। ਤੁਹਾਡਾ ਜਿਹੜਾ ਸਾਹਿਤ ਆ ਉਹ ਗੁਰਮਤਿ ਉੱਤੇ ਦੀ ਗੱਲ ਵੀ ਕਰਦਾ। ਬਿਲਕੁਲ। ਤੇ ਇਹਦੇ ਨਾਲ ਜੁੜਨ ਦਾ, ਕਿਉਂਕਿ ਕਈ ਵਾਰ ਹੁੰਦਾ ਲੇਖਕ ਵੀ ਇੱਕ ਚੀਜ਼ ਹੀ ਲਿਖ ਪਾਉਂਦੇ ਨੇ, ਵੱਖ-ਵੱਖ ਵਿਸ਼ਿਆਂ 'ਤੇ ਨਹੀਂ ਲਿਖ ਪਾਉਂਦੇ, ਪਰ ਤੁਸੀਂ ਜਿਹੜੇ ਵਿਸ਼ੇ 'ਚ ਵੀ ਲਿਖਿਆ, ਚਾਹੇ ਕਹਾਣੀਆਂ ਲਿਖਣ, ਉਹਦੇ ਵਿੱਚ ਵੀ ਤੁਸੀਂ ਚੰਗੀਆਂ ਕਿਤਾਬਾਂ ਤੁਹਾਡੀਆਂ ਕਹਾਣੀਆਂ ਲਿਖੀਆਂ ਨੇ, ਬਾਲ ਸਾਹਿਤ ਦੇ ਵਿੱਚ ਵੀ, ਅਤੇ ਖਾਸ ਤੌਰ 'ਤੇ ਗੁਰਮਤਿ ਦੇ ਵਿੱਚ ਵੀ। ਅਤੇ ਇਹਦੇ ਨਾਲ ਜੁੜ ਕੇ ਤੁਸੀਂ ਕਿਹੜੀਆਂ ਵਿਸ਼ਿਆਂ ਨੂੰ ਮਤਲਬ ਖੋਜਣ ਦੀ ਕੋਸ਼ਿਸ਼ ਕੀਤੀ? ਹਾਂ ਕਰਨਵੀਰ, ਇਹਦੇ ਵਿੱਚ ਇਹ ਹੋਇਆ ਮੈਨੂੰ ਮਤਲਬ ਜਿਹੜਾ ਗੁਰਮਤਿ ਸਾਹਿਤ ਹੈ, ਅਸਲ ਵਿੱਚ ਜੇ ਕੋਈ ਮੈਨੂੰ ਇਹ ਕਵੇ, ਮੈਨੂੰ ਇਹ ਕਹਿਣ ਸੰਕੋਚ ਨਹੀਂ ਹੁੰਦਾ, ਮੈਂ ਬਕਾਇਦਾ ਕਹਿ ਦਿੰਦਾ ਹਰੇਕ ਨੂੰ। ਮਤਲਬ ਕੁਝ ਲੋਕ ਆਪਣੇ ਆਪ ਨੂੰ ਨਾਸਤਕ ਕਹਾ ਕੇ ਖੁਸ਼ ਨੇ, ਕੁਝ ਆਸਤਕ, ਅਤੇ ਮੈਂ ਇਹ ਕਹਿ ਰਿਹਾ ਵੀ ਮੈਂ ਗੁਰੂ ਨਾਨਕ ਦਾ ਬਹੁਤ ਵੱਡਾ ਭਗਤ ਹਾਂ, ਅਤੇ ਜਾਂ ਜਿਹੜੀ ਗੁਰੂ ਨਾਨਕ ਬਾਣੀ ਦਾ ਜਾਂ ਫਿਰ ਗੁਰਮਤਿ ਸਾਹਿਤ ਦਾ। ਕਾਰਨ ਇਹ ਹੈ ਵੀ ਮੇਰੀ ਜਿਹੜੀ ਡਾਕਟਰੇਟ ਹੈ, PhD ਦਾ ਜਿਹੜਾ ਸਬਜੈਕਟ ਮੇਰੇ ਕੋਲ ਆਇਆ ਨਾ, ਸਬੱਬ ਨਾਲ ਮੇਰੇ ਕੋਲ ਸਬਜੈਕਟ ਗੁਰਮਤਿ ਸਾਹਿਤ ਦਾ ਆਇਆ। ਮੇਰੀ ਪਹਿਲਾਂ PhD ਦੀ ਰਜਿਸਟ੍ਰੇਸ਼ਨ ਮੇਰੇ ਗੁਰੂ ਸਵਰਗਸ ਹੋ ਗਏ, ਜਿਨ੍ਹਾਂ ਨੇ ਮੈਨੂੰ ਡਾਕਟਰੇਟ ਲਈ ਲੈ ਕੇ ਆਂਦਾ, ਪ੍ਰੇਰਿਆ ਮਾਸਟਰ ਤੋਂ ਬਾਅਦ। ਅਤੇ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਰੀਜਨਲ ਸੈਂਟਰ ਜਲੰਧਰ ਹੁੰਦੇ ਸੀ, ਡਾਕਟਰ ਧਰਮਪਾਲ ਸਿੰਘਲ ਜੀ। ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਮੈਂ GND 'ਚ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ, ਮੈਂ ਤੈਨੂੰ ਇੱਥੇ PhD ਕਰਾਉਣੀ ਆ, ਤੂੰ ਆ ਜਾ ਮੇਰੇ ਕੋਲ। ਅਸਲ 'ਚ ਉਹਨਾਂ ਦਿਨਾਂ 'ਚ ਮੈਂ ਮੈਗਜ਼ੀਨ ਪਰਿੰਦਾ ਕੱਢ ਰਿਹਾ ਹੁੰਦਾ ਸੀ, ਅਤੇ ਉਹ ਪਰਿੰਦਾ ਮੈਗਜ਼ੀਨ ਉਹਨਾਂ ਕੋਲ ਵੀ ਜਾਂਦਾ ਸੀ, ਹੋਰ ਸਾਰਿਆਂ ਕੋਲ ਜਾਂਦਾ ਸੀਗਾ। ਅਤੇ ਉਹਨਾਂ ਨੇ ਮਤਲਬ ਪਤਾ ਨਹੀਂ ਕਿਵੇਂ ਸੋਚ ਕੇ ਮੈਨੂੰ ਕਿਹਾ, ਆਮ ਕਰਕੇ ਹੁਣ ਤਾਂ ਬਹੁਤ ਔਖੀਆਂ ਹੋ ਗਈਆਂ ਨੇ ਇਹ ਗੱਲਾਂ PhD ਦੀਆਂ, ਰਜਿਸਟ੍ਰੇਸ਼ਨ ਦੀਆਂ। ਮੈਨੂੰ ਕਹਿੰਦੇ ਕਲੀਅਰ ਤੂੰ ਮੇਰੇ ਕੋਲ PhD ਕਰ। ਮੈਂ ਕਿਹਾ ਸਰ ਠੀਕ ਹੈ, ਇਹ ਤਾਂ ਬਹੁਤ ਖੁਸ਼ੀ ਦੀ ਗੱਲ ਆ, ਤੁਸੀਂ ਮੈਨੂੰ ਕਰਾ ਰਹੇ ਹੋ। ਮੈਂ ਗਿਆ ਉਹਨਾਂ ਦੇ ਕੋਲ, ਘਰ ਵੀ ਗਿਆ, ਦਫ਼ਤਰ ਵੀ ਗਿਆ। ਅਚਨਚੇਤ ਇੱਕਦਮ ਪ੍ਰਮੋਟ ਹੋ ਕੇ ਪੰਜਾਬ ਸੀ ਚੰਡੀਗੜ੍ਹ 'ਚ ਪ੍ਰੋਫੈਸਰ ਬਣ ਗਏ। ਅਤੇ ਜਦੋਂ ਉਹ ਪ੍ਰੋਫੈਸਰ ਬਣ ਗਏ ਅਤੇ ਉਹਨਾਂ ਨੂੰ ਇੱਕ ਚੇਅਰ ਉਹਨਾਂ ਦਿਨਾਂ 'ਚ ਐਸਟੈਬਲਿਸ਼ ਹੋਈ ਸੀ, ਗੁਰੂ ਰਵਿਦਾਸ ਐਂਡ ਸੰਤ ਸਾਹਿਤ ਸਟੱਡੀ ਚੇਅਰ ਜੀ। ਅਤੇ ਉਹਨਾਂ ਦੀ ਪ੍ਰੋਫੈਸਰਸ਼ਿਪ, ਉਹਨਾਂ ਨੂੰ ਚੇਅਰਮੈਨਸ਼ਿਪ ਮਿਲੀ। ਅਤੇ ਮੈਨੂੰ ਫਿਰ ਉਹ ਇੱਥੇ ਨਾਲ ਹੀ ਮੈਨੂੰ ਲੈ ਕਹਿੰਦੇ ਵੀ ਆਹ ਦੇਖੋ ਆਪਾਂ ਨੂੰ ਹੁਣ ਚੇਅਰ ਮਿਲ ਗਈ ਹੈ, ਤੂੰ ਇੱਥੇ ਮੇਰੇ ਕੋਲ PhD ਕਰ। ਮੈਂ ਇਹ ਨਾਲ ਇੱਕ ਹੋਰ ਜੋੜ ਲੈਣਾ ਸਵਾਲ ਮੈਂ, ਕਿਉਂਕਿ ਆਪਾਂ ਚਲੋ ਕਿਤਾਬਾਂ ਦੀ ਗੱਲ ਤਾਂ ਕਰਦੇ ਹਾਂ, ਪਰ ਨਾਲ ਦੀ ਇੱਕ ਜ਼ਿੰਦਗੀ ਵੀ ਹੁੰਦੀ ਹੈ। ਜੇਕਰ ਉਹ ਸਹੀ ਤਰੀਕੇ ਨਾਲ ਚੱਲਦੀ ਆ ਤਾਂ ਮੈਨੂੰ ਲੱਗਦਾ ਕਲਮ ਵੀ ਸਹੀ ਤਰੀਕੇ ਨਾਲ ਚੱਲ ਜਾਂਦੀ ਆ, ਹੈ ਨਾ। ਜੇ ਤੁਹਾਡੀ ਜੇਬ ਦੇ ਵਿੱਚ ਪੈਸੇ ਆਉਂਦੇ ਨੇ, ਫਿਰ ਤੁਸੀਂ ਮਤਲਬ ਕਲਮ ਬਾਰੇ ਵੀ ਸੋਚਦੇ ਹੋ। ਤਾਂ ਫਿਰ ਇਹ ਜਿਹੜਾ ਤੁਸੀਂ ਨਾਲ ਦੀ ਨਾਲ ਕਿਤਾਬਾਂ ਦਾ ਸਫ਼ਰ ਸੀ, ਤਾਂ ਉਹਦੇ ਵਿੱਚ ਫਿਰ ਤੁਹਾਡਾ ਜਿਹੜਾ ਡਾਕਟਰ ਬਣਨ ਦਾ ਅਤੇ ਪ੍ਰੋਫੈਸਰੀ ਦਾ ਜਿਹੜਾ ਸਫ਼ਰ ਹੈ, ਉਹ ਕਿਵੇਂ ਦਾ ਚੱਲ ਰਿਹਾ ਸੀ? ਉਹਦੇ 'ਚ ਇਸ ਤਰ੍ਹਾਂ ਹੋਇਆ, ਜਦੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਮੈਂ ਡਾਕਟਰੀ ਸ਼ੁਰੂ ਕੀਤੀ, ਮੈਨੂੰ ਸਬਜੈਕਟ ਥੋੜ੍ਹਾ ਜਿਹਾ ਇਸ ਤਰ੍ਹਾਂ ਮਿਲਿਆ, ਅਤੇ ਮੈਂ ਰਾਜਸਥਾਨ, ਬਨਾਰਸ, ਇਲਾਹਾਬਾਦ ਕੁਝ ਇੱਧਰਾਂ ਦਾ ਸੀ, ਅਤੇ ਕੁਝ ਬਾਣੀ ਮੈਨੂੰ ਢੂੰਡਣੀ ਪਈ। ਮੈਨੂੰ ਜਿਹੜਾ ਸਬਜੈਕਟ ਮਿਲਿਆ ਸੀਗਾ ਅਥੈਂਟਿਸਿਟੀ ਆਫ ਲਾਈਫ ਐਂਡ ਵਰਕ ਆਫ ਸ੍ਰੀ ਗੁਰੂ ਰਵਿਦਾਸ, ਅਤੇ ਉਹਦੇ ਵਿੱਚ ਇਹ ਸੀ, ਕਿਉਂਕਿ ਸੰਤ ਸਾਹਿਤ ਸਟੱਡੀ ਚੇਅਰ ਸੀ, ਸੰਤਾਂ ਨਾਲ ਸੰਬੰਧਿਤ ਸੀ, ਨਾਂ ਉਹਨਾਂ ਦੇ ਅਤੇ ਗੁਰੂ ਰਵਿਦਾਸ ਦੇ ਨਾਂ 'ਤੇ ਹੀ ਚੇਅਰ ਸਥਾਪਿਤ ਹੋਈ ਸੀ। ਅਤੇ ਉਹਦੇ ਵਿੱਚ ਮੈਨੂੰ ਇਹ ਚੀਜ਼ ਮਿਲੀ ਸੀ, ਜੀਵਨ ਗੁਰੂ ਰਵਿਦਾਸ, ਜੀਵਨ ਅਤੇ ਬਾਣੀ ਦੀ ਪ੍ਰਮਾਣਿਕਤਾ। ਅਤੇ ਨੇਚਰਲੀ ਅਤੇ ਮੈਨੂੰ ਬਾਣੀ ਦੀ ਢੂੰਡ ਪਾਲ ਲਈ ਬਾਹਰ ਜਾਣਾ ਪਿਆ, ਅਤੇ ਉਹਨਾਂ ਦੀ ਜੀਵਨੀ ਦੀ, ਕਿਉਂਕਿ ਉਹਨਾਂ ਦਿਨਾਂ 'ਚ ਬਹੁਤੀ ਉਹਨਾਂ ਦੀ ਜੀਵਨੀ ਨਹੀਂ ਸੀਗੀ। ਹਾਲਾਂਕਿ ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 40 ਸ਼ਬਦ ਦਰਜ ਨੇ, ਪਰੰਤੂ ਇਸ ਵਿਸ਼ੇ 'ਤੇ ਜ਼ਿਆਦਾ ਕੰਮ ਨਹੀਂ ਸੀ ਹੋਇਆ, ਭਗਤਾਂ ਉੱਤੇ ਜ਼ਿਆਦਾ ਕੰਮ ਨਹੀਂ ਸੀ ਹੋਇਆ, ਗੁਰਮਤਿ 'ਤੇ ਹੋਇਆ। ਅਤੇ ਕਿਉਂਕਿ ਭਗਤ ਮਤ ਅਤੇ ਗੁਰਮਤਿ ਸਾਹਿਤ ਦੇ ਦੋਨੇ ਅਸੀਂ ਇੱਕੋ ਹੀ ਮੰਨਦੇ ਹਾਂ, ਅਤੇ ਕੋਈ ਇੱਕ ਇਸ ਵਿਸ਼ੇ 'ਤੇ ਕੰਮ ਕਰਦਿਆਂ ਮੈਂ ਗੁਰਮਤਿ ਨਾਲ ਵੀ ਜੁੜਿਆ। ਅਤੇ ਫਿਰ ਮੇਰੀਆਂ ਕਿਤਾਬਾਂ ਗੁਰੂ ਅੰਗਦ ਦੇਵ ਜੀ ਬਾਰੇ, ਗੁਰੂ ਨਾਨਕ ਦੇਵ ਜੀ ਬਾਰੇ ਵੀ ਮੇਰੀਆਂ 2 ਕਿਤਾਬਾਂ ਆ ਚੁੱਕੀਆਂ ਨੇ। ਅਤੇ ਉਹ ਜਿਹੜਾ ਮੇਰਾ ਕਾਫੀ ਲੰਮਾ ਪੀਰੀਅਡ ਰਿਹਾ, 6 ਸਾਲ ਦਾ, 90 'ਚ ਮੈਨੂੰ ਡਾਕਟਰੇਟ ਅਵਾਰਡ ਹੁੰਦੀ ਆ, ਅਤੇ ਉਹ ਤੋਂ ਬਾਅਦ ਹੀ ਮੈਨੂੰ ਕੁਝ ਕਾਲਜਾਂ 'ਚ ਪ੍ਰੋਫੈਸਰਸ਼ਿਪ ਦਾ ਵੀ ਚਾਂਸ ਮਿਲਿਆ, ਅਤੇ ਮੈਗਜ਼ੀਨ 'ਤੇ ਐਡੀਟਰ ਦੇ ਤੌਰ 'ਤੇ ਵੀ ਮਿਲਿਆ। ਅਤੇ ਲਾਸਟ 'ਤੇ ਆ ਕੇ ਮਾਲਵਾ ਕਾਲਜ ਬੌਂਦਲੀ ਵਿੱਚ ਮੈਂ ਘੱਟੋ ਘੱਟ 8-9 ਸਾਲ ਜਿਹੜਾ ਟੀਚਿੰਗ ਜੋਬ 'ਤੇ ਆਇਆ, ਜਿੱਥੇ ਤੁਸੀਂ ਵੀ ਪੜ੍ਹੇ। ਨਾਲ ਤੁਹਾਡੀਆਂ ਦੂਜੀਆਂ ਕਹਾਣੀ ਸੰਗ੍ਰਹਿ ਵੀ ਹੈ, ਜਿਹਦੇ ਵਿੱਚ ਯੂਨੀਵਰਸਿਟੀ 'ਤੇ ਆਪਾਂ ਗੱਲ ਕਰੀਏ, ਕਿਤਾਬਾਂ ਵੀ ਨੇ, ਉਹ ਵੀ ਲੋਕ ਵਿਸ਼ਿਆਂ ਦੇ ਉੱਤੇ ਨੇ, ਅਤੇ ਮਤਲਬ ਥੋੜ੍ਹੀ ਕਾਲਜ ਦੀ ਜ਼ਿੰਦਗੀ ਦੀ ਕਹਾਣੀ ਨਾਲ ਜੁੜੀਆਂ ਹੋਈਆਂ ਨੇ। ਬਿਲਕੁਲ। ਉਹ ਫਿਰ ਕਹਾਣੀਆਂ ਕਦ ਤੋਂ ਫਿਰ ਬਣਨੀਆਂ ਸ਼ੁਰੂ ਕੀਤੀਆਂ? ਮੇਰੀ ਜਿਹੜੀ ਅਸਲ 'ਚ ਨਾ ਜਿਹੜੀ ਜੌਣਾ ਸ੍ਰੀ ਨਾਂ 'ਤੇ ਪੁਸਤਕ ਜਿਹੜੀ ਆਈ ਕਹਾਣੀਆਂ ਦੀ ਵੱਡਿਆਂ ਲਈ, ਉਹ ਕਹਾਣੀਆਂ ਤਾਂ ਮੈਂ ਪਿੰਡ ਰਹਿੰਦਿਆਂ ਇਹ ਕਹਿ ਲਓ ਵੀ 80 ਦੇ ਗੇੜ ਵਿੱਚ, ਅਤੇ 80 ਤੋਂ ਕੋਈ 85 4-5 ਸਾਲ ਦੇ ਦੌਰਾਨ ਹੀ ਉਹ ਕਹਾਣੀਆਂ ਮੇਰੇ ਕੋਲ ਆਈਆਂ।
ਜਾਂ ਛਪੀਆਂ ਜਾਂ ਬਸ ਜ਼ਿਆਦਾ ਤੋਂ ਜ਼ਿਆਦਾ 90 ਵਿੱਚ। ਅਤੇ ਜਦੋਂ ਮੈਂ ਯੂਨੀਵਰਸਿਟੀ 'ਚ ਆ ਗਿਆ, ਯੂਨੀਵਰਸਿਟੀ ਨਾਲ ਸੰਬੰਧਿਤ ਉੱਥੇ ਮਤਲਬ ਕੰਡਿਆਲੀ ਥੋਰ ਨਾਂ ਦੀ ਇੱਕ ਮਤਲਬ ਕਹਾਣੀ ਆ, ਅਤੇ ਇੱਕ ਹੋਰ ਕਹਾਣੀ ਆ, 2 ਕਹਾਣੀਆਂ ਯੂਨੀਵਰਸਿਟੀ ਦੇ ਨਾਲ ਹੀ ਸੰਬੰਧਿਤ ਨੇ, ਜਿਹੜੇ ਯੂਨੀਵਰਸਿਟੀ ਵਿੱਚੋਂ ਹੀ ਮੈਨੂੰ ਮਤਲਬ ਇਹ ਕਹਿ ਲਓ ਬਈ ਪਾਤਰ ਵੀ ਉੱਥੋਂ ਦੇ ਹੀ ਨੇ, ਉੱਥੋਂ ਦੇ ਹੀ ਪਾਤਰ ਨੇ ਉਹ ਸਾਰੇ, ਉਹ ਸਬਜੈਕਟ ਵੀ ਉਹੀ ਹੈ। ਅਤੇ ਜੌਨ ਸੀਰੀਜ਼ ਦੇ ਵੀ 3 ਐਡੀਸ਼ਨ ਛਪ ਗਏ ਨੇ, ਅਤੇ ਪਹਿਲੀ 21 ਸੈਂਚੁਰੀ ਪਬਲਿਕੇਸ਼ਨ ਨੇ ਛਾਪੀ ਸੀ, ਅਤੇ ਉਹ ਤੋਂ ਬਾਅਦ ਸਾਹਿਬਦੀਪ ਪਬਲਿਕੇਸ਼ਨ ਨੇ 2 ਐਡੀਸ਼ਨ ਉਹਦੇ ਛਾਪ ਲਏ ਨੇ, ਅਤੇ ਉਹ ਵੀ ਕਹਾਣੀ ਲੋਕਾਂ ਵੱਲੋਂ ਪੜ੍ਹੀ ਜਾ ਰਹੀ ਹੈ। ਅਤੇ ਉਹ ਤੋਂ ਬਾਅਦ ਵੀ ਮੈਂ ਕਹਾਣੀ ਵੀ ਲਿਖ ਰਿਹਾ, ਹਾਲਾਂਕਿ ਚਲੋ ਕਹਾਣੀਆਂ ਵੀ ਤੁਸੀਂ ਹਾਂ ਹੁਣੇ ਮਿੰਨੀ ਕਹਾਣੀਆਂ ਦੀ ਕਿਤਾਬ ਵੀ ਤਿਲਫੁਲ ਨਾਂ 'ਤੇ ਆਈ ਹੈ, ਪਾਠਕਾਂ ਨੂੰ ਮੈਂ ਦਿੱਤੀ ਹੈ। ਅਤੇ ਡਾਕਟਰ ਸਾਹਿਬ ਨਾਲ ਮੈਂ ਕਹਿੰਦਾ ਵੀ ਥੋੜ੍ਹਾ ਜਿਹਾ ਤੁਸੀਂ ਸੁਣਾ ਵੀ ਦਿਓ ਸਾਨੂੰ, ਨਾਲ ਕਹਿੰਦੇ ਗਜ਼ਲ ਵੀ ਤੁਸੀਂ ਲਿਖਦੇ, ਤੁਸੀਂ ਜ਼ਿਕਰ ਕੀਤਾ ਸੀ। ਮੈਂ ਕਹੂੰਗਾ ਕੁਝ ਕੁ ਰਚਨਾਵਾਂ ਨੇ ਜਿਹੜੀਆਂ ਤੁਹਾਡੇ ਕਰੀਬ ਨੇ, ਤਾਂ ਜ਼ਰੂਰ ਸਾਡੇ ਨਾਲ ਸਾਂਝੀਆਂ ਕਰੋ, ਕੁਝ ਕੁ ਸ਼ੇਅਰ। ਅਤੇ ਇਹ ਮੈਂ ਤਾਂ 86 'ਚ ਛਪੀ ਕਿਤਾਬ ਮੈਂ ਕਵਿਤਾ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ, ਹਾਲਾਂਕਿ ਮੈਂ ਨਵੀਂ ਤੁਹਾਨੂੰ ਕਵਿਤਾ ਸੁਣਾਉਣੀ ਸੀ, ਪਰੰਤੂ ਮੈਂ ਦੱਸ ਰਿਹਾ ਵੀ ਲੇਖਕ ਜਿਹੜਾ ਅਗਾਮੀ ਸੋਚਦਾ ਹੈ, ਜਿਹੜੀਆਂ ਸਮੱਸਿਆਵਾਂ ਸਾਨੂੰ ਹੁਣ ਆ ਰਹੀਆਂ ਨੇ ਕਿਸਾਨੀ ਵਿੱਚ, ਉਹ ਅਸੀਂ ਬਹੁਤ ਪਹਿਲਾਂ ਕਹਿ ਚੁੱਕੇ ਹਾਂ, ਅਤੇ ਮੇਰੀ ਕਵਿਤਾ ਵਿੱਚ ਕਈ ਕਵਿਤਾਵਾਂ ਉਸ ਤਰ੍ਹਾਂ ਦੀਆਂ ਹੀ ਆ ਜਾਣਗੀਆਂ, ਜਾਂ ਜਿਹੜੀ ਰਾਜਨੀਤੀ ਸਾਡੀ ਹੁਣ ਇਸ ਤਰ੍ਹਾਂ ਦੀ ਚੱਲ ਰਹੀ ਹੈ, ਉਹ ਰਾਜਨੀਤੀ ਬਾਰੇ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ਇਸ ਵਿਸ਼ੇ 'ਤੇ ਤੁਹਾਨੂੰ ਇਹ 'ਚੋਂ ਕੁਝ ਨਾ ਕੁਝ ਮਿਲੇਗਾ ਜੀ। ਸ਼੍ਰੀਮਾਨ ਜੀ, ਤੁਹਾਨੂੰ ਨਹੀਂ ਦਿਸਣੇ ਇਹ ਲਹੂ ਲਹਾਨ ਹੋਏ ਰੁੱਖ। ਸ਼੍ਰੀਮਾਨ ਜੀ, ਤੁਹਾਨੂੰ ਨਹੀਂ ਦਿਸਣੇ ਇਹ ਲਹੂ ਲਹਾਨ ਹੋਏ ਰੁੱਖ, ਤੁਹਾਡੀਆਂ ਅੱਖਾਂ ਵਿੱਚ ਤਾਂ ਸੁਨਹਿਰੀ ਸੁਰਮਚੂ ਦੀ ਇੱਕੋ ਸਲਾਈ ਨੇ ਸ਼ਾਹ ਕਾਲੀ ਰਾਤ ਪਾ ਦਿੱਤੀ ਹੈ। ਤੁਹਾਡੀਆਂ ਅੱਖਾਂ ਵਿੱਚ ਤਾਂ ਸੁਨਹਿਰੀ ਸੁਰਮਚੂ ਦੀ ਇੱਕੋ ਸਲਾਈ ਨੇ ਸ਼ਾਹ ਕਾਲੀ ਰਾਤ ਪਾ ਦਿੱਤੀ ਹੈ। ਤੁਹਾਡੇ ਭਾਣੇ ਤਾਂ ਪੱਛਮ ਵਿੱਚ ਡੁੱਬਦੇ ਸੂਰਜ ਅਤੇ ਪੂਰਬ ਤੋਂ ਉਗਮਦੇ ਲਾਲ ਸੂਹੇ ਸੂਰਜ ਦੀ ਇੱਕੋ ਹੀ ਕਥਾ ਹੈ। ਜਦ ਕਿ ਇੰਨੇ ਸਮੇਂ ਵਿੱਚ ਤਾਂ ਨਾਇਕ ਜੰਗਲ ਵੇਲੇ ਸਾੜ ਕੇ ਬਣ ਮਹਾਂ ਉਤਸਵ ਮਨਾਉਣ ਦਾ, ਇੰਨੇ ਸਮੇਂ ਤਾਂ ਨਾਇਕ ਜੰਗਲ ਵੇਲੇ ਸਾੜ ਕੇ ਬਣ ਮਹਾਂ ਉਤਸਵ ਮਨਾਉਣ ਦਾ, ਆਪਣੀ ਹਰ ਕਦਮ ਚਾਪ 'ਤੇ ਮੁਸਕਰਾਉਣ ਦਾ ਅਮੁੱਲਾ ਨੁਕਤਾ ਲਾਗੂ ਕਰ ਦਿੰਦਾ ਹੈ। ਆਪਣੀ ਹਰ ਕਦਮ ਚਾਪ 'ਤੇ ਮੁਸਕਰਾਉਣ ਦਾ ਅਮੁੱਲਾ ਨੁਕਤਾ ਲਾਗੂ ਕਰ ਦਿੰਦਾ ਹੈ, ਅਤੇ ਨਾਇਕ ਬਾਰੇ ਸੋਚਣ ਦਾ ਆਪਣੇ ਕੋਲ ਸਮਾਂ ਹੀ ਕਿੱਥੇ ਹੈ। ਨਾਇਕ ਬਾਰੇ ਸੋਚਣ ਦਾ ਆਪਣੇ ਕੋਲ ਸਮਾਂ ਹੀ ਕਿੱਥੇ ਹੈ, ਜਿਸ ਦੇ ਇੱਕ ਇਸ਼ਾਰੇ 'ਤੇ ਤੁਸੀਂ ਸਿਰ ਭਾਰ ਤੁਰ ਕੇ ਸ਼ਾਹੀ ਦਰਬਾਰ ਦੀ ਹਾਜ਼ਰੀ ਭਰਦੇ ਹੋ। ਜਿਸ ਦੇ ਇੱਕ ਇਸ਼ਾਰੇ 'ਤੇ ਤੁਸੀਂ ਸਿਰ ਭਾਰ ਤੁਰ ਕੇ ਸ਼ਾਹੀ ਦਰਬਾਰ ਦੀ ਹਾਜ਼ਰੀ ਭਰਦੇ ਹੋ, ਉਸ ਦੇ ਮੱਥੇ 'ਤੇ ਰੜੇ ਮੈਦਾਨ 'ਚੋਂ ਲੈ ਕੇ ਲਹੂ ਦੀ ਘੁੱਟ ਸੱਜਰੇ ਖੂਨ ਦਾ ਤਿਲਕ ਕਰਦੇ ਹੋ। ਫਿਰ ਬੁੱਲ੍ਹਾਂ ਵਿੱਚ ਮੁਸਕਰਾਉਂਦੇ ਹੋ ਜੈ ਮਾਤਾ, ਜੈ ਮਾਤਾ। ਫਿਰ ਬੁੱਲ੍ਹਾਂ ਵਿੱਚ ਮੁਸਕਰਾਉਂਦੇ ਹੋ ਜੈ ਮਾਤਾ, ਪਰ ਜਦ ਤੁਸੀਂ ਆਪਣੀ ਗਰਦਨ ਆਪਣੇ ਮਣਕੇ 'ਤੇ ਘੁਮਾਉਂਦੇ ਹੋ, ਇਹ ਗੱਲ ਥੋੜ੍ਹੀ ਜਿਹੀ ਧਿਆਨ ਦੀ ਮੰਗ ਕਰਦੀ ਹੈ, ਜਦ ਤੁਸੀਂ ਆਪਣੀ ਗਰਦਨ ਆਪਣੇ ਮਣਕੇ 'ਤੇ ਘੁਮਾਉਂਦੇ ਹੋ ਤਾਂ ਝੱਟ ਜਾਦੂਗਰ ਝੁਰਲੂ ਆਖ ਕੇ ਤੁਹਾਡੀ ਨਜ਼ਰ 'ਤੇ ਜ਼ੁਬਾਨ ਬੰਦ ਕਰ ਦਿੰਦਾ ਹੈ। ਤਾਂ ਝੱਟ ਜਾਦੂਗਰ ਝੁਰਲੂ ਆਖ ਕੇ ਤੁਹਾਡੀ ਨਜ਼ਰ 'ਤੇ ਜ਼ੁਬਾਨ ਬੰਦ ਕਰ ਦਿੰਦਾ ਹੈ, ਅਤੇ ਕੁਚੜੂ ਆਖ ਕੇ ਕਠਪੁਤਲੀ ਗਲ ਸੋਨੇ ਦਾ ਹਾਰ ਪਾਉਂਦਾ ਹੈ। ਕਠਪੁਤਲੀ ਨੱਚ ਉੱਠਦੀ ਹੈ। ਤੁਸੀਂ ਗੁੰਗੇ ਅਤੇ ਅੰਨੇ ਮੰਚ ਦੀਆਂ ਕੁਰਸੀਆਂ 'ਤੇ ਸਜੇ ਆਪਣੀ ਹੀ ਮਾਂ ਦੀਆਂ ਪੰਜੇਬਾਂ ਦੀ ਛਣਕਾਰ ਸੰਗ ਝੂਮ ਉੱਠਦੇ ਹੋ। ਤੁਸੀਂ ਗੁੰਗੇ ਅਤੇ ਅੰਨੇ ਮੰਚ ਦੀਆਂ ਕੁਰਸੀਆਂ 'ਤੇ ਸਜੇ ਆਪਣੀ ਹੀ ਮਾਂ ਦੀਆਂ ਪੰਜੇਬਾਂ ਦੀ ਝਣਕਾਰ ਸੰਗ ਝੂਮ ਉੱਠਦੇ ਹੋ। ਜਾਦੂਗਰ ਸਿਰਫ ਇਸ਼ਾਰੇ ਕਰਦਾ ਹੈ, ਕਠਪੁਤਲੀ ਇਸ਼ਾਰਿਆਂ ਦੇ ਹਿਸਾਬ ਨਾਲ ਰੁੱਖਾਂ ਦੇ ਕਤਲ ਦਾ ਐਲਾਨ ਕਰਦੀ ਹੈ। ਕਠਪੁਤਲੀ ਇਸ਼ਾਰਿਆਂ ਦੇ ਹਿਸਾਬ ਨਾਲ ਰੁੱਖਾਂ ਦੇ ਕਤਲਾਂ ਦਾ ਐਲਾਨ ਕਰਦੀ ਹੈ। ਸ਼੍ਰੀਮਾਨ ਜੀ, ਤੁਹਾਨੂੰ ਨਹੀਂ ਦਿਸਣੇ ਇਹ ਲਹੂ ਲਹਾਨ ਹੋਏ ਰੁੱਖ, ਤੁਹਾਡੀਆਂ ਅੱਖਾਂ ਤਾਂ ਸੁਨਹਿਰੂ ਸੁਰਮਚੀ ਦੀ ਇੱਕੋ ਸਲਾਈ ਨੇ ਸ਼ਾਹ ਕਾਲੀ ਰਾਤ ਪਾ ਦਿੱਤੀ ਹੈ। ਅਤੇ ਡਾਕਟਰ ਸਾਹਿਬ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਇਸ ਤਮਾਮ ਗੱਲਬਾਤ ਦੇ ਲਈ।
ਤੇ 2-4 ਬਾਤਾਂ ਅਸੀਂ ਤੁਹਾਡੇ ਤੋਂ ਜ਼ਰੂਰ ਮਤਲਬ ਉਹ ਕਰਾਉਣੀਆਂ ਨੇ ਉਹ ਆਪਾਂ ਵਿੱਚ ਐਡ ਆਨ ਕਰ ਦੇਵਾਂਗੇ ਤੇ ਵੀ ਥੋੜਾ ਜਿਹਾ ਇੰਟਰਸਟ ਜਿਹਾ ਹੋਰ ਬਣਾਉਣੇ ਆ। ਹਾਂਜੀ ਹਾਂਜੀ, ਕਿਉਂਕਿ ਸਾਡੇ ਬੱਚਿਆਂ ਲਈ ਅੱਜ ਤੋਂ ਸਾਡਾ ਇੱਕ ਪ੍ਰੋਗਰਾਮ ਵੀ ਹੈ ਨਾ ਚੈਨਲ ਦਾ, ਆਓ ਬਾਤਾਂ ਪਾਈਏ ਵਾਲਾ। ਹਾਂ ਨਹੀਂ, ਉਹਦੇ ਲਈ ਤੁਸੀਂ ਮੈਨੂੰ ਸਪੈਸ਼ਲ ਲੈ ਕੇ ਆਓ ਤੇ ਕਿਉਂਕਿ ਉਹਦੇ ਵਿੱਚ ਫਿਰ ਮੈਂ ਆਪਣਾ ਜਿਹੜਾ ਬਾਤਾਂ ਬਾਰੇ ਗੱਲਾਂ ਕਰ ਸਕਦੇ ਹਾਂ ਆਪਾਂ। ਬਾਤਾਂ ਕੀ ਨੇ ਤੇ ਬਾਤਾਂ ਕਦੋਂ ਆਈਆਂ ਤੇ ਸਾਡੀਆਂ ਦਾਦੀਆਂ ਨਾਨੀਆਂ ਸੁਣ ਲਵਾਂਗੇ ਆਪਾਂ ਥੋੜੀ ਜਿਹੀ ਸਾਡੀਆਂ ਦਾਦੀਆਂ ਨਾਨੀਆਂ, ਈਵਨ ਦਾਦੇ ਨਾਨੇ ਤੇ ਹੋਰ ਸਾਡੇ ਜਿਹੜੇ ਵੱਡੇ ਭਰਾ ਹੁੰਦੇ ਸੀ, ਇੱਕ ਬੱਚਿਆਂ ਨੂੰ ਨਾ ਇੱਕ ਅਜਿਹੇ ਆਰੇ ਲਾ ਰੱਖਦੇ ਸੀਗੇ, ਮਤਲਬ ਜਦੋਂ ਸੌਣਾ ਹੁੰਦਾ ਉਹਨਾਂ ਨੂੰ ਬਾਤਾਂ ਦੇ ਰੁਝਾਨ ਵਿੱਚ ਪਾ ਕੇ ਉਹ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਵੇਲੇ ਸੌਂ ਜਾਂਦੇ ਸੀ, ਘਰਾੜੇ ਮਰ ਲੱਗ ਜਾਂਦੇ ਸੀ। ਤੇ ਇੰਨੀਆਂ ਇੰਟਰਸਟਿੰਗ ਨੇ ਕਿਤੇ ਨਾ ਕਿਤੇ ਤੇ ਹਜੇ ਮੈਂ ਕਨਸੈਂਟਰੇਟ ਨਹੀਂ ਕਰ ਸਕਿਆ ਕਿਸੇ ਬਾਤ ਤੇ ਭਾਵ ਕਰਨਾ। ਤੇ ਹਾਲਾਂਕਿ ਚਲੋ ਸੈਂਪਲ ਹੀ ਆ, ਬਹੁਤ ਸਾਰੀਆਂ ਮਤਲਬ ਬਾਤਾਂ ਆਮ ਹੀ ਨੇ ਸਾਡੇ ਜੀਵਨ ਨਾਲ ਜੁੜੀਆਂ ਹੋਈਆਂ ਨੇ। ਤੁਹਾਡੀ ਮਤਲਬ ਜਿਵੇਂ ਹੁਣ ਨਾ ਮੇਰਾ ਪੋਤਾ ਕਈ ਵਾਰੀ ਮੈਨੂੰ ਕਹਿ ਦਿੰਦਾ ਚਾਹੇ ਸੌਣ ਤੋਂ ਪਹਿਲਾਂ, ਚੰਗਾ ਫਿਰ ਬਾਤ ਸੁਣਾ, ਤੇ ਮੈਂ ਉਹਨੂੰ ਕਹਿਣਾ ਚਲ ਵੀ ਬਾਤ ਆਈ ਤੇਰੇ ਕੋਲੇ, ਹੈ ਨਾ, ਆਓ ਗਈ ਕਿਹੜੀ ਬਾਤ ਸੁਣਾਉਂਦੇ? ਹਾਂਜੀ ਆਓ ਗਈ। ਉਹ ਦੇਖਦਾ ਵੀ ਇਹ ਕੋਈ ਗੱਲ ਤਾਂ ਹੋਈ ਨਹੀਂ, ਆਓ ਗਈ ਕੀ ਹੋਇਆ, ਹਾਂਜੀ। ਤੇ ਫਿਰ ਅਸੀਂ ਉਹ ਟੋਲਦਾ ਸੋਚਦਾ ਇਹਦੇ ਬਾਰੇ, ਇਸ ਵਿਸ਼ੇ ਬਾਰੇ ਸੋਚਦਾ, ਬੁਝਾਰਤਾਂ ਵੀ, ਹਾਂਜੀ ਨਿਗਾਹ, ਨਿਗਾਹ। ਇਸ ਤਰ੍ਹਾਂ ਬਹੁਤ ਹੀ ਸਿੰਪਲ ਬੁਝਾਰਤਾਂ ਨੇ ਸਾਡੀਆਂ, ਤੇ ਜਿਹੜੇ ਕਿ ਸਾਨੂੰ ਸੋਚਣ ਲਈ, ਸਾਡੇ ਦਿਮਾਗ ਨੂੰ ਇੱਕ ਨਾਲ ਅੱਗੇ ਤੋਰਨ ਲਈ, ਬੱਚੇ ਦੇ ਦਿਮਾਗ ਨੂੰ ਇੱਕ ਨਾਲ ਮਤਲਬ ਤਿੱਖਾ ਕਰਨ ਲਈ ਪ੍ਰੈਸ਼ਰ ਦਿਮਾਗ ਤੇ ਪਾਉਂਦਾ, ਨਾਲੇ ਉਹ ਵੀ ਇੰਟਰਸਟਿੰਗ ਚੀਜ਼ਾਂ ਲਈ। ਇੱਕ ਪ੍ਰੈਸ਼ਰ ਅੱਜ ਕੱਲ੍ਹ ਹੈਗਾ ਪੜ੍ਹਾਈ ਦਾ, ਹੈਗਾ ਸਟ੍ਰੈਸ ਵਾਲਾ ਪ੍ਰੈਸ਼ਰ, ਸਟ੍ਰੈਸ ਵਾਲਾ ਹੈ, ਇਹ ਚੀਜ਼ ਹਟ ਕੇ ਇੰਟਰਸਟਿੰਗ ਹੈ। ਹਾਂਜੀ। ਅੱਛਾ, ਇੱਕ ਆਮ ਕਰਕੇ ਬੁਝਾਰਤ ਜੇ ਚਲੋ ਹੋਰ ਹੁਣ ਜਦੋਂ ਤੁਸੀਂ ਇਹ ਕੁੰਡਾ ਖੋਲਿਆ ਨਾ ਮੇਰਾ ਬੁਝਾਰਤਾਂ ਵਾਲਾ, ਜਦੋਂ ਮੇਰਾ ਬੁਝਾਰਤਾਂ ਵਾਲਾ ਕੁੰਡਾ ਖੋਲ ਲੈਣਾ ਤਾਂ ਹੁਣ ਮੇਰੀਆਂ ਬੁਝਾਰਤਾਂ ਮਤਲਬ ਮੇਰੇ ਕੋਲ ਦਰਵਾਜ਼ੇ 'ਚ ਆ ਗਈਆਂ ਨੇ। ਬੜੀ ਸਿੰਪਲ ਬੁਝਾਰਤ ਜਿਹੜੀਆਂ ਕਿ ਅਸੀਂ ਜਦੋਂ ਬਚਪਨ ਵਿੱਚ ਸੀ ਉਹ ਸਾਡੀਆਂ ਦਾਦੀਆਂ ਨਾਨੀਆਂ ਮਾਮਿਆਂ ਸਾਨੂੰ ਸੁਣਾਈ, ਤੇ ਹੁਣ ਅਸੀਂ ਆਪਣੇ ਬੱਚਿਆਂ ਪੋਤਿਆਂ ਨੂੰ ਸੁਣਾਉਂਦੇ ਹਾਂ, ਬੱਚਿਆਂ ਨੂੰ ਵੀ ਸੁਣਾਈਆਂ। ਤੇ ਉਹ ਚੰਗਾ ਬਈ ਬੁਝਾਰਤ, ਚੰਗਾ ਫਿਰ ਸੌਣਾ ਤੂੰ, ਚੱਲ ਪਹਿਲਾਂ ਆ ਮੇਰੀ ਬੁਝਾਰਤ ਵੱਧਦੇ। ਉਹ ਫਿਰ ਸੋਚਦਾ ਓਲਣੀ ਦਰ ਵਿੱਚ ਖੋਲਣੀ, ਹਾਂਜੀ, ਬੜੀ ਸਿੰਪਲ ਜੀ ਗੱਲ ਹੈ, ਓਲਣੀ ਦਰ ਵਿੱਚ ਖੋਲਣੀ। ਇਹ ਕੀ ਹੋਇਆ ਦਾਦਾ ਜੀ, ਇਹ ਕੀ ਹੋਇਆ, ਹੈ ਨਾ। ਹੌਲੀ ਉਹਨੂੰ ਲੱਭਦਾ ਉਹਨੂੰ ਨਹੀਂ ਪਤਾ ਲੱਗਦਾ। ਤੇ ਬੜੀ ਸਿੰਪਲ ਆ, ਅਸੀਂ ਜੁੱਤੀ ਦਰਵਾਜ਼ੇ 'ਚ ਮਤਲਬ ਦਰ ਵਿੱਚ ਖੋਲ ਕੇ ਆਉਂਦੇ ਹਾਂ, ਜੁੱਤੀ ਅਸੀਂ ਘਰ ਦੇ ਵਿੱਚ, ਦੇਖੋ ਇਹਦੇ ਨੇ ਮਾਨਵੀ ਕਦਰਾਂ ਕੀਮਤਾਂ ਜੁੜੀਆਂ ਹੋਈਆਂ ਨੇ। ਅਸੀਂ ਹੁਣ ਜੁੱਤੀਆਂ ਅਸੀਂ ਤੁਰ ਤੱਕ ਲਿਜਾਂਦੇ ਹਾਂ, ਮੈਟਾਂ 'ਤੇ ਵੀ ਜੁੱਤੀਆਂ ਲੈ ਜਾਂਦੇ ਹਾਂ, ਪਰੰਤੂ ਪੁਰਾਣੀ ਪਰੰਪਰਾ ਜੁੱਤੀ ਆ ਦਰਵਾਜ਼ੇ 'ਚ ਬਾਹਰ ਆ, ਮਤਲਬ ਦਰਵਾਜ਼ਾ ਮੀਨਸ ਦੇਹੜੀ, ਬੂਹੇ ਤੋਂ ਬਾਹਰ, ਹੈ ਨਾ, ਬੂਹੇ ਵਿੱਚ ਖੋਲ੍ਹਣੀ। ਤੇ ਇਸ ਤਰ੍ਹਾਂ ਦੀਆਂ ਨਿੱਕੀਆਂ ਬੁਝਾਰਤਾਂ ਨੇ ਸਾਡੇ ਜੀਵਨ ਨਾਲ, ਸਮੁੱਚੇ ਜੀਵਨ ਨਾਲ ਜੁੜੀਆਂ ਹੋਈਆਂ ਨੇ। ਜੇਕਰ ਇਸ ਵਿਸ਼ੇ 'ਤੇ ਕਦੇ ਖਾਸ ਗੱਲਬਾਤ ਕਰੀਏ ਨਾ ਤਾਂ ਲਗਭਗ ਮੇਰਾ ਇੱਕ ਆਰਟੀਕਲ ਛਪਿਆ ਸੀ ਪੰਜਾਬੀ ਟ੍ਰਿਬਿਊਨ ਵਿੱਚ, ਤੇ ਉਹ ਬੁਝਾਰਤਾਂ ਨਾਲ ਸੰਬੰਧਿਤ ਸੀਗਾ। ਤੇ ਉਹ ਇੱਕਦਮ ਹੀ ਉਹਨਾਂ ਨੇ ਕਿਤੇ ਰੇਡੀਓ ਵਾਲਿਆਂ ਨੇ ਦੇਖ ਲਿਆ, ਉਸੇ ਟਾਈਮ ਹੀ ਉਹ ਰੇਡੀਓ ਵਾਲਿਆਂ ਨੇ ਮੈਨੂੰ ਫੋਨ ਆ ਗਿਆ, ਤੁਹਾਡੀ ਇੰਟਰਵਿਊ ਕਰਨੀ ਆ ਜੀ, ਹੈ ਜੀ। ਤੇ ਹੁਣ ਤੁਸੀਂ ਮੇਰੀ ਦੂਜੀ ਇੰਟਰਵਿਊ ਕਰ ਰਹੇ ਹੋ, ਪਹਿਲੀ ਵਾਰੀ ਮੈਨੂੰ ਉਹਨਾਂ ਨੇ ਫੋਨ ਤੇ ਮੇਰੀ ਫੋਨ ਤੇ ਇੰਟਰਵਿਊ ਕਰੀ। ਮੈਂ ਕਿਹਾ ਬੀਬਾ ਮੈਂ ਤਾਂ ਕਾਲਜ ਨੂੰ ਜਾ ਰਿਹਾ, ਤੂੰ ਕਹਿੰਦੀ ਇੰਟਰਵਿਊ ਕਰਨੀ ਆ। ਨਹੀਂ ਸਰ ਤੁਸੀਂ ਨਾ ਬਸ 5 ਮਿੰਟਾਂ ਬਾਅਦ ਮੈਂ ਦੁਬਾਰੇ ਕਾਲ ਕਰਦੀ ਹਾਂ, ਤੁਸੀਂ ਜ਼ਰੂਰ ਸਾਨੂੰ 5 ਮਿੰਟ ਦੇ ਦਿਓ। ਗੁੱਡ ਕਰ ਵੀਰੇ, ਬਹੁਤ ਚੰਗਾ ਲੱਗਿਆ ਤੇ ਬਹੁਤ ਤੁਹਾਡਾ ਸ਼ੁਕਰੀਆ। ਗੱਲਾਂ ਕਿੰਨੀਆਂ ਹੋ ਜਾਂਦੀਆਂ ਰਹਿ ਜਾਂਦੀਆਂ ਨੇ, ਪਰ ਸਾਨੂੰ ਵੀ ਸਮੇਂ 'ਚ ਗੱਲਬਾਤ ਬਿਲਕੁਲ ਸਮੇਂ 'ਚ ਨਜਿੱਠਣੀਆਂ। ਬਹੁਤ ਤੁਹਾਡਾ ਸ਼ੁਕਰੀਆ, ਮੈਂ ਤੁਹਾਡਾ ਵੀ ਬਹੁਤ ਧੰਨਵਾਦ। ਤੇ ਮੇਰੇ ਵਿਦਿਆਰਥੀ ਦੇ ਤੌਰ ਤੇ ਮੇਰੇ ਕੋਲ ਆਇਆ ਤੇ ਮੇਰੇ ਨਾਲ ਗੱਲਾਂ ਬਾਤਾਂ ਕੀਤੀਆਂ, ਕਿਸੇ ਮੈਂ ਸਵਾਲ ਪੁੱਛਦਾ ਸੀ ਤੇ ਅੱਜ ਤੁਹਾਡੀ ਵਾਰੀ ਮੇਰੇ ਤੋਂ ਸਵਾਲ ਪੁੱਛਣ ਦੀ ਸੀ। ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਅੱਜ ਦੇ ਸਾਹਿਤ ਦੇ ਸੰਗ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਡਾਕਟਰ ਹਰਨੇਕ ਸਿੰਘ ਕਲੇਰ ਜੀ, ਉਹਨਾਂ ਦੇ ਨਾਲ ਸਾਂਝ ਪਾਈ ਸਾਹਿਤ ਦੀ, ਬਾਲ ਸਾਹਿਤ ਦੀ, ਉਹਨਾਂ ਦੀ ਜ਼ਿੰਦਗੀ ਦੇ ਤਜਰਬਿਆਂ ਦੀ। ਅੱਜ ਦੇ ਬਦਲਦੇ ਦੌਰ ਦੇ ਮਸ਼ੀਨੀਕਰਨ ਦੇ ਨਾਲ ਭਾਵੇਂ ਸਾਹਿਤ ਦੀ ਅਹਿਮੀਅਤ ਲੱਗਦਾ ਬੱਚਿਆਂ ਦੇ ਵਿੱਚ ਘਟਦੀ ਜਾ ਰਹੀ ਹੈ, ਪਰ ਫਿਰ ਵੀ ਇਸ ਦੇ ਬਦਲਵੇਂ ਰੂਪ ਆ ਗਏ ਨੇ। ਮੋਬਾਈਲ ਨੇ ਜਿੱਥੇ ਬਚਪਨ ਨੂੰ ਇੱਕ ਤਰੀਕੇ ਦਾ ਮਸ਼ੀਨੀ ਹੀ ਕਰ ਦਿੱਤਾ, ਪਰ ਜਦੋਂ ਜ਼ਰੂਰਤ ਦੀ, ਜਦੋਂ ਉਹਨਾਂ ਦੀ ਮਾਨਸਿਕਤਾ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਸਾਹਿਤ ਦੀ ਆਪਣੀ ਇੱਕ ਵੱਖਰੀ ਥਾਂ ਹੈ। ਸਾਹਿਤ ਬੱਚਿਆਂ ਦੇ ਉੱਤੇ ਕੋਈ ਇਸ ਤਰੀਕੇ ਦਾ ਡਿਪਰੈਸ਼ਨ, ਸਟ੍ਰੈਸ ਨਹੀਂ ਪਾਉਂਦਾ, ਸਗੋਂ ਕਿ ਉਹਨਾਂ ਵਿੱਚ ਰੋਚਕਤਾ ਪੈਦਾ ਕਰਦਾ। ਜੇਕਰ ਇਹਦੀ ਸਮਝ ਅੱਜ ਮਾਪਿਆਂ ਨੂੰ ਆ ਜਾਵੇ, ਅਧਿਆਪਕਾਂ ਨੂੰ ਆ ਜਾਵੇ, ਤਾਂ ਸ਼ਾਇਦ ਉਹ ਬੱਚਿਆਂ ਤੋਂ ਉਹਨਾਂ ਨੂੰ ਵੱਧ ਨੰਬਰ ਲੈਣ ਦੀ ਬਜਾਏ ਜ਼ਿੰਦਗੀ ਨੂੰ ਜਿਉਣ ਦੇ ਢੰਗ ਤਰੀਕੇ ਵੱਲ ਗੌਰ ਕਰਨ।
ਭਾਵੇਂ ਅੱਜ ਦੇ ਦੌਰ ਦੇ ਵਿੱਚ ਸਿਰਫ ਤੇ ਸਿਰਫ ਤੁਹਾਡੀ ਕਾਬਲੀਅਤ ਤੁਹਾਡੇ ਅਕੈਡਮਿਕ ਦੇ ਨੰਬਰਾਂ ਨਾਲ ਦੇਖੀ ਜਾਂਦੀ ਹੈ, ਪਰ ਜਦੋਂ ਜ਼ਿੰਦਗੀ ਦੇ ਵਿੱਚ ਵਿਚਰਨਾ ਹੁੰਦਾ ਤਾਂ ਤੁਹਾਡੀ ਕਾਬਲੀਅਤ, ਤੁਹਾਡੀ ਸਿੱਖਿਆ, ਤੁਹਾਡੇ ਮਨੋਵਿਗਿਆਨਕ ਤੁਸੀਂ ਕਿਵੇਂ ਦੀ ਸੋਚ ਰੱਖਦੇ ਹੋ, ਉਹ ਜ਼ਿਆਦਾ ਅਹਿਮੀਅਤ ਦੀ ਜ਼ਰੂਰਤ ਪੈਂਦੀ ਹੈ। ਸੋ ਬਾਲ ਸਾਹਿਤ ਅਤੇ ਬੱਚਿਆਂ ਨੂੰ ਤੁਸੀਂ ਕੀ ਸਿਖਾਉਂਦੇ ਹੋ, ਬਹੁਤ ਜ਼ਿਆਦਾ ਅਹਿਮੀਅਤ ਰੱਖਦਾ। ਵੈਸੇ ਤਾਂ ਸਾਹਿਤ ਦੀ ਜ਼ਿੰਦਗੀ ਦੇ ਵਿੱਚ ਵਾਕਈ ਬਹੁਤ ਜ਼ਿਆਦਾ ਤਵੱਜੋ ਹੈ। ਜੇਕਰ ਸਾਨੂੰ ਸਮਝ ਆ ਜਾਂਦੀ ਹੈ ਤਾਂ ਅਸੀਂ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਉ ਸਕਦੇ ਹਾਂ। ਸੋ ਉਮੀਦ ਕਰਦਾ ਕਿ ਡਾਕਟਰ ਸਾਹਿਬ ਨਾਲ ਕੀਤੀਆਂ ਗੱਲਾਂ ਬਾਤਾਂ ਦਾ ਤੁਸੀਂ ਵੀ ਪੂਰਾ ਆਨੰਦ ਮਾਣਿਆ ਹੋਵੇਗਾ, ਅਤੇ ਇਸੇ ਤਰ੍ਹਾਂ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਕਲਮਕਾਰ ਦੇ ਨਾਲ, ਸਾਹਿਤਕਾਰ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਜਦ ਤੱਕ ਮੈਨੂੰ ਕਰਨਵੀਰ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।